ਸਾਰੇ ਵਿਦਿਆਰਥੀਆਂ ਨੂੰ ਸਤਿ ਸ਼੍ਰੀ ਅਕਾਲ। ਅੱਜ ਆਪਾਂ ਅੱਗੇ ਰਿੰਗ ਦਾ ਅੱਗੇ ਨੈਕਸਟ ਟੌਪਿਕ ਕੰਟੀਨਿਊ ਕਰਨਾ ਹੈ। ਇਹ 'ਚ ਕਰਨਾ ਕੀ ਹੈਗਾ ਉਹ ਦੇਖਦੇ ਹਾਂ ਆਪਾਂ। ਤੇ ਜੋ ਟੌਪਿਕ ਕਰਵਾਉਣਾ ਹੈਗਾ ਪਹਿਲਾਂ ਉਹਦੇ ਵਾਸਤੇ ਥੋੜਾ ਜਿਹਾ ਬੇਸਿਕਸ ਬਣਾਉਣਾ ਹੈਗਾ। ਉਹ ਦੇਖੋ ਕਿਵੇਂ ਹੈ। ਜੇ ਧਿਆਨ 'ਚ ਹੋਵੇ ਜਿਹੜਾ Z6 ਲੈ ਲਓ, ਜੇ ਪੜ੍ਹਿਆ ਹੋਵੇ, ਇਹ ਗਰੁੱਪ ਸੀਗਾ, ਗਰੁੱਪ ਸੀ ਆਪਣੇ ਕੋਲ ਇਹ ਅੰਡਰ ਐਡੀਸ਼ਨ ਮੋਡੂਲੋ 6। ਇਹ ਧਿਆਨ ਦੇ ਵਿੱਚ ਹੋਵੇ ਐਡੀਸ਼ਨ ਮੋਡੂਲੋ 6 ਦਾ ਮਤਲਬ ਕੀ ਹੁੰਦਾ ਸੀਗਾ ਕਿ ਐਡ ਕਰਕੇ ਜੇ ਆਂਸਰ ਵੱਡਾ ਆ ਗਿਆ 6 ਤੋਂ ਫਿਰ 6 ਤੇ ਡਿਵਾਈਡ ਕਰਨਾ ਹੁੰਦਾ। ਪਹਿਲਾਂ ਪੜ੍ਹਿਆ ਹੈ ਜੀ। ਇਹ 'ਚ ਐਲੀਮੈਂਟ ਕਿਹੜੇ ਕਿਹੜੇ ਹੋਣਗੇ? ਇੱਕ 0 1 2 3 4 5 ਇਹ ਐਲੀਮੈਂਟ ਆਉਣਗੇ Z6। ਇਦਾਂ ਪਾ ਲਓ। ਜਿੰਨੇ ਵੀ ਇੰਟੀਜਰ ਹੈਗੇ ਨੇ ਜੇ ਆਪਾਂ 6 ਤੇ ਡਿਵਾਈਡ ਕਰਾਂਗੇ ਜਾਂ 0 ਆਊਗਾ ਜਾਂ 1 ਜਾਂ 2 ਜਾਂ 3 ਜਾਂ 4 ਜਾਂ 5 ਆਹੀ ਰਿਮਾਈਂਡਰ ਬਣਨਗੇ। ਬਸ ਇਹ ਪਹਿਲਾਂ ਪੜ੍ਹਿਆ ਹੈ ਜੀ ਆਪਾਂ ਨੇ। ਇਹ ਐਡੀਸ਼ਨ ਮੋਡੂਲੋ 6 ਲਿਆ ਆਪਾਂ ਨੇ, ਉਹਦੇ ਵਾਸਤੇ ਇਹ ਗਰੁੱਪ ਐਡੀਸ਼ਨ ਮੋਡੂਲੋ 6 ਵਾਸਤੇ ਗਰੁੱਪ ਸ਼ੋ ਕੀਤਾ ਸੀਗਾ ਜੀ ਇਹ। ਤੇ ਧਿਆਨ ਦਿਓ ਐਡੀਸ਼ਨ ਵਾਸਤੇ ਗਰੁੱਪ ਤੇ ਇਹ ਗਰੁੱਪ ਅਬੀਲੀਅਨ ਚੈੱਕ ਕਰ ਲਿਓ। 1+2 ਦਾ ਆਂਸਰ ਵੀ ਉਹੀ ਆਊਗਾ ਜੋ 2+1 ਦਾ ਆਂਸਰ ਆਊਗਾ, ਸੇਮ ਆਊਗਾ। ਕਿਉਂਕਿ ਐਡੀਸ਼ਨ ਜਿਹੜੀ ਹੁੰਦੀ ਹੈਗੀ ਕਮੋਡੇਟਿਵ ਹੁੰਦੀ ਹੈ। ਇਹ ਵੀ ਪਹਿਲਾਂ ਪੜ੍ਹਿਆ ਹੈ ਜੀ। ਤਾਂ ਇਹ ਅਬੀਲੀਅਨ ਗਰੁੱਪ ਜੇ ਅੰਡਰ ਮਲਟੀਪਲੀਕੇਸ਼ਨ ਲਈਏ, ਕੋਈ ਵੀ 2 ਮਲਟੀਪਲਾਈ ਕਰਾਂਗੇ ਆਪਾਂ, ਮੈਂ ਕੁਝ ਕਰਕੇ ਦਿਖਾ ਰਿਹਾ। 0 1 2 3 4 5 0 1 2 3 4 5 ਜੇ अंडर मल्टीप्लिकेशन करिए 0 0 आ जाएगा सारा। ये 1 2 3 4 0 सॉरी 0 1 आ जाएगा। ये सारा काम पहला कितना है जी। ये 0 आ जाएगा 2 4 0 2 4 ਜੇ ਸਮਝ ਆ ਰਿਹਾ ਹੋਵੇ। 2 3 ਦਾ 6 ਆਏਗਾ। ਜੇ 6 ਆ ਗਿਆ ਤਾਂ 6 ਤੇ ਡਿਵਾਈਡ ਕਰਨਾ, ਰਿਮਾਈਂਡਰ ਪਾਉਣਾ ਹੁੰਦਾ, ਰਿਮਾਈਂਡਰ 0 ਆ ਜਾਏਗਾ। 3 ਲਿਆ 0 3 0 3 0 3 ये 3 5 ਦਾ ਕਿੰਨਾ ਹੋਊਗਾ 15 15 ਨੂੰ 6 ਤੇ ਡਿਵਾਈਡ ਕੀਤਾ, ਰਿਮਾਈਂਡਰ ਕਿੰਨਾ ਹੋਊਗਾ 3 4 ਤੇ ਕੀਤਾ 0 4 8 2 12 0 4 16 4 2 5 ਤੇ ਕੀਤਾ 0 5 4 3 2 1। ਰਿੰਗ ਵਾਸਤੇ ਕੀ ਹੁੰਦਾ ਅੰਡਰ ਐਡੀਸ਼ਨ ਤਾਂ ਹੋਵੇ ਅਬੀਲੀਅਨ ਗਰੁੱਪ, ਮੈਂ ਕਰ ਨਹੀਂ ਰਿਹਾ, ਪਹਿਲਾਂ ਕੀਤਾ ਹੋਇਆ ਜੀ ਆਪਾਂ ਨੇ। ਤੇ ਅੰਡਰ ਮਲਟੀਪਲੀਕੇਸ਼ਨ ਕੀ ਹੋਵੇ ਆਪਣੇ ਸੈਮੀ ਗਰੁੱਪ ਹੋਵੇ। ਸੈਮੀ ਗਰੁੱਪ ਹੋਊਗਾ ਕਿਉਂਕਿ ਇਹ ਕਲੋਜ਼ਰ ਪ੍ਰੋਪਰਟੀ ਦੇ ਵਿੱਚ ਹੋਲਡ ਕਰਦੀ ਹੈ। ਇਹ ਸਾਰੇ ਐਲੀਮੈਂਟ ਜੋ ਹੈਗੇ ਨੇ ਸੈੱਟ ਵਿੱਚੋਂ ਹੀ ਨੇ। ਅਤੇ ਜੋ ਮਲਟੀਪਲੀਕੇਸ਼ਨ ਹੁੰਦੀ ਹੈ ਉਹ ਹਮੇਸ਼ਾ ਕੀ ਹੁੰਦੀ ਹੈ ਐਸੋਸੀਏਟਿਵ। ਇਹ ਹੋ ਗਿਆ ਜੀ ਅੰਡਰ ਐਡੀਸ਼ਨ ਅਬੀਲੀਅਨ ਗਰੁੱਪ ਬਣ ਗਿਆ। ਅੰਡਰ ਮਲਟੀਪਲੀਕੇਸ਼ਨ ਜੋ ਹੈ ਸੈਮੀ ਗਰੁੱਪ ਬਣ ਗਿਆ। ਡਿਸਟ੍ਰੀਬਿਊਟਿਵ ਲਾ ਹੋਲਡ ਕਰੇਗਾ। ਕਿਉਂ ਹੋਲਡ ਕਰੇਗਾ? ਬਿਕੋਜ਼ ਜੇ ਆਪਾਂ ਆਮ ਨੰਬਰ ਮਲਟੀਪਲਾਈ ਕਰਨੇ ਹੋਣ ਉਹ ਇਦਾਂ ਹੀ ਮਲਟੀਪਲਾਈ ਕਰਦੇ ਹੁੰਦੇ ਆ, ਜਿਸ ਤਰ੍ਹਾਂ ਮਰਜ਼ੀ ਕਰ ਲਓ, ਚਾਹੇ ਇਧਰੋਂ ਮਲਟੀਪਲਾਈ ਕਰ ਲਓ। ਜੇ ਆਪਾਂ ਆਮ ਨੰਬਰਾਂ ਦੇ ਵਿੱਚ ਇੰਟੀਜਰ ਦੇ ਵਿੱਚ ਡਿਸਟ੍ਰੀਬਿਊਸ਼ਨ ਕਰਨੀ ਹੋਵੇ ਤਾਂ ਆਪਾਂ ਇਦਾਂ ਹੀ ਸੋਲਵ ਕਰਦੇ ਹੁੰਦੇ ਹਾਂ। ਡਿਸਟ੍ਰੀਬਿਊਟਿਵ ਲਾ ਵੀ ਇਹਦੇ ਵਿੱਚ ਹੋਲਡ ਕਰ ਰਿਹਾ। ਤਾਂ ਇਹ ਰਿੰਗ ਆ, ਇਹ ਰਿੰਗ ਹੈਗੀ ਆ ਆਪਣੇ ਕੋਲ ਜੀ। ਤੇ ਜਿਹੜੀ ਗੱਲ ਇਹ 'ਚ ਇੰਪੋਰਟੈਂਟ ਹੈਗੀ ਆ, ਇਹ ਰਿੰਗ ਦੇ ਵਿੱਚ ਐਡੀਟਿਵ ਆਇਡੈਂਟੀਟੀ ਕਿਹੜੀ ਹੈ? ਮਤਲਬ ਅੰਡਰ ਐਡੀਸ਼ਨ ਆਪਾਂ ਗਰੁੱਪ ਕਹਿ ਰਹੇ ਹਾਂ ਤਾਂ ਅੰਡਰ ਐਡੀਸ਼ਨ ਐਡੀਟਿਵ ਆਇਡੈਂਟੀਟੀ ਆਊਗੀ ਉਹ 0 ਆਊਗੀ। ਇਸ ਕੇਸ ਐਡੀਟਿਵ ਆਇਡੈਂਟੀਟੀ 0 ਆ, ਮਤਲਬ ਆਪਾਂ ਕਹਾਂਗੇ ਕਿ ਇਹ 0 ਐਲੀਮੈਂਟ ਹੈ ਇਹਦੇ ਵਿੱਚ। ਜਿਹੜਾ ਆਪਾਂ ਆਮ ਅਲਜੈਬਰਾ ਪੜ੍ਹਦੇ ਹਾਂ, ਆਮ ਅਲਜੈਬਰਾ ਮਤਲਬ ਕਿ ਜਿਹੜਾ ਆਪਾਂ 10th ਲੈਵਲ ਦਾ ਜਾਂ +2 ਲੈਵਲ ਦਾ ਪੜ੍ਹਦੇ ਆ ਰਹੇ ਹਾਂ ਅਲਜੈਬਰਾ, ਆਮ ਅਲਜੈਬਰਾ ਮਤਲਬ ਕਿ ਇਦਾਂ ਮਲਟੀਪਲਾਈ ਕਰਨੀ ਆ, ਐਡੀਸ਼ਨ ਆਪਾਂ ਇਦਾਂ ਕਰਨੀ ਹੈਗੀ ਆ, 5 ਬਣੇਗਾ,
ਜਿਵੇਂ ਆਪਾਂ ਯੂਜ਼ੁਅਲ ਐਡੀਸ਼ਨ ਯੂਜ਼ ਕਰਦੇ ਹਾਂ, ਯੂਜ਼ੁਅਲ ਮਲਟੀਪਲੀਕੇਸ਼ਨ ਯੂਜ਼ ਕਰਦੇ ਹਾਂ, ਉਹ ਜਿਹੜਾ ਅਲਜੈਬਰਾ ਆਪਾਂ ਛੋਟੀ ਕਲਾਸ ਯੂਜ਼ ਕਰਦੇ ਹਾਂ ਉਹ ਅਲਜੈਬਰਾ। ਤੇ ਇਹਦੇ ਵਿੱਚ ਕੀ ਸੀਗਾ ਕਿ ਕੋਈ ਦੋ ਨੌਨ ਜ਼ੀਰੋ ਨੰਬਰ ਆਪਾਂ ਮਲਟੀਪਲਾਈ ਕਰਾਂਗੇ, ਜਿਹੜਾ ਆਪਾਂ +10th ਲੈਵਲ +2 ਲੈਵਲ ਤੱਕ ਪੜ੍ਹਦੇ ਆ ਰਹੇ, ਪਿੱਛੇ ਹੀ ਪੜ੍ਹਦੇ ਆ ਰਹੇ ਸੈਕੰਡ ਈਅਰ ਤੱਕ। ਕੋਈ ਦੋ ਨੌਨ ਜ਼ੀਰੋ ਮਲਟੀਪਲਾਈ ਕਰਾਂਗੇ ਤਾਂ ਆਂਸਰ ਪੱਕਾ ਨੌਨ ਜ਼ੀਰੋ ਆਉਂਦਾ ਹੁੰਦਾ। ਮਤਲਬ ਕਿ ਪ੍ਰੋਡਕਟ ਜ਼ੀਰੋ ਤਾਂ ਆ ਸਕਦੀ ਹੈ ਜੇ ਆਪਣੇ ਕੋਲ ਦੋਨਾਂ ਚੋਂ ਕੋਈ ਇੱਕ ਜ਼ੀਰੋ ਹੋਊਗਾ। ਜੇ ਦੋਨੇ ਨੌਨ ਜ਼ੀਰੋ ਨੇ ਤਾਂ ਆਂਸਰ ਪੱਕਾ ਨੌਨ ਜ਼ੀਰੋ ਹੋਊਗਾ। ਇਹ ਪਿਛਲੇ ਅਲਜੈਬਰੇ 'ਚ ਪੜ੍ਹਦੇ ਆ ਰਹੇ ਹਾਂ ਆਪਾਂ, ਜਿਹੜਾ ਆਮ ਯੂਜ਼ ਕਰਦੇ ਹਾਂ ਆਪਾਂ, ਜਿਸ 'ਚ ਯੂਜ਼ੁਅਲ ਮਲਟੀਪਲੀਕੇਸ਼ਨ ਹੁੰਦੀ ਆ, ਯੂਜ਼ੁਅਲ ਐਡੀਸ਼ਨ ਹੁੰਦੀ ਹੈਗੀ। ਪਰ ਇਹ 'ਚ ਗੱਲ ਬੜੀ ਇੰਪੋਰਟੈਂਟ ਦਿਖ ਰਹੀ ਹੈ ਇਹਦੇ ਵਿੱਚੋਂ। ਉਹ ਗੱਲ ਇੰਪੋਰਟੈਂਟ ਕੀ ਹੈਗੀ ਆ, ਆਹ ਦੇਖੋ ਜੀ, ਇਹ ਕੀ ਬਣ ਰਿਹਾ। ਦੋ ਨੰਬਰ ਆਪਾਂ ਨੇ ਮਲਟੀਪਲਾਈ ਕੀਤੇ, ਇਹਨੂੰ ਕਹਾਂਗੇ ਆਪਾਂ ਮਲਟੀਪਲੀਕੇਸ਼ਨ ਮੋਡੂਲੋ 6, ਤਾਂ ਇਹਦਾ ਆਂਸਰ ਕੀ ਆ ਰਿਹਾ ਹੈਗਾ, 0 ਆ ਰਿਹਾ। ਮਲਟੀਪਲੀਕੇਸ਼ਨ ਮੋਡੂਲੋ 6 ਕਿਉਂ ਪਾਇਆ ਕਿ ਮਲਟੀਪਲਾਈ ਕਰਕੇ ਜੋ ਆਂਸਰ ਆਊਗਾ ਉਹਨੂੰ 6 ਤੇ ਆਪਾਂ ਡਿਵਾਈਡ ਕਰਨਾ, ਜੋ ਰਿਮਾਈਂਡਰ ਇੱਥੇ ਪਾਉਣਾ। ਹੁਣ ਇਹ ਬੜੀ ਇੰਪੋਰਟੈਂਟ ਗੱਲ ਇਹਦੇ ਵਿੱਚ ਆ ਰਹੀ ਆ ਕਿ ਦੋ ਨੌਨ ਜ਼ੀਰੋ ਨੰਬਰਾਂ ਦੀ ਮਲਟੀਪਲੀਕੇਸ਼ਨ ਜੋ ਹੈ ਉਹ 0 ਆ ਸਕਦੀ ਹੈ, ਪਰ ਇਹ ਯੂਜ਼ੁਅਲ ਮਲਟੀਪਲੀਕੇਸ਼ਨ ਨਹੀਂ ਹੈਗੀ, ਧਿਆਨ ਰੱਖਣੀ ਹੈ। ਜੇ ਯੂਜ਼ੁਅਲ ਮਲਟੀਪਲੀਕੇਸ਼ਨ ਹੋਊਗੀ ਜਾਂ ਯੂਜ਼ੁਅਲ ਐਡੀਸ਼ਨ ਹੋਊਗੀ, ਜਿਵੇਂ ਪਹਿਲਾਂ ਪੜ੍ਹਦੇ ਆ ਰਹੇ ਹਾਂ ਛੋਟੀ ਕਲਾਸਾਂ 'ਚ, ਜੇ ਯੂਜ਼ੁਅਲ ਮਲਟੀਪਲੀਕੇਸ਼ਨ ਹੈ ਤਾਂ ਨੌਨ ਜ਼ੀਰੋ ਇੰਟੂ ਨੌਨ ਜ਼ੀਰੋ ਪੱਕਾ ਨੌਨ ਜ਼ੀਰੋ ਬਣੇਗਾ, ਪਰ ਇਸ ਕੇਸ 'ਚ ਯੂਜ਼ੁਅਲ ਮਲਟੀਪਲੀਕੇਸ਼ਨ ਨਹੀਂ ਹੈਗੀ। ਇਹ ਮਲਟੀਪਲੀਕੇਸ਼ਨ ਸਿੰਬਲ ਕੀ ਰੱਖਿਆ ਆਪਾਂ, 2 into 3 ਇਸ ਕੇਸ। ਤਾਂ ਇਹ ਬੜੀ ਇੰਪੋਰਟੈਂਟ ਗੱਲ ਆ ਗਈ ਇਹਦੇ ਵਿੱਚ ਕਿ ਦੋ ਨੰਬਰ ਆਪਣੇ ਕੋਲ ਜੇ ਨੌਨ ਜ਼ੀਰੋ ਹੋਣ ਤਾਂ ਉਹਦਾ ਆਂਸਰ 0 ਆ ਸਕਦਾ ਹੈਗਾ, ਉਹਦਾ ਆਂਸਰ 0 ਆ ਸਕਦਾ। ਤਾਂ ਇੱਥੋਂ ਦੇਖ ਕੇ ਆਪਾਂ ਬੜਾ ਇੰਪੋਰਟੈਂਟ ਰਿਜ਼ਲਟ ਬਣਾ ਰਹੇ ਹਾਂ, ਉਹ ਰੱਖਾਂਗੇ ਆਪਾਂ ਜ਼ੀਰੋ ਡਿਵਾਈਜ਼ਰ ਦਾ ਕਨਸੈਪਟ ਆ। ਚਲੋ ਦੇਖਦੇ ਹਾਂ ਜ਼ੀਰੋ ਡਿਵਾਈਜ਼ਰ ਕੀ ਹੁੰਦਾ ਹੈਗਾ। ਧਿਆਨ ਰੱਖਣੀ ਪਹਿਲੀ ਗੱਲ ਇਹਦੇ ਵਿੱਚ ਆਪਣੇ ਕੋਲ, ਇਹ ਰਿੰਗ ਵਿੱਚ ਹੀ ਪੋਸੀਬਲ ਆ, ਰਿੰਗ ਦੀ ਗੱਲ ਕਰ ਰਹੇ ਹਾਂ, ਪਰ ਰਿੰਗ ਦੇ ਵਿੱਚ ਹੀ ਪੋਸੀਬਲ ਹੈ ਕਿ ਦੋ ਨੌਨ ਜ਼ੀਰੋ ਨੰਬਰਾਂ ਦੀ ਮਲਟੀਪਲੀਕੇਸ਼ਨ 0 ਆ ਸਕਦੀ ਹੈ। ਕਨਫਿਊਜ਼ ਨਹੀਂ ਹੋਣਾ, ਇਹ ਯੂਜ਼ੁਅਲ ਮਲਟੀਪਲੀਕੇਸ਼ਨ ਨਹੀਂ ਹੈਗੀ ਤਾਂ ਇਦਾਂ ਹੋ ਰਿਹਾ। ਸੋ ਦੇਖੋ ਧਿਆਨ ਨਾਲ, ਫਿਰ ਇੱਥੋਂ ਦੇਖ ਕੇ ਫਿਰ ਆਪਾਂ ਇੱਕ ਟਰਮ ਡਿਫਾਈਨ ਕਰਨੀ ਹੈਗੀ ਆ, ਜ਼ੀਰੋ ਡਿਵਾਈਜ਼ਰ। ਇਹ ਕਾਫੀ ਇੰਪੋਰਟੈਂਟ ਕੰਮ ਹੈ ਜੀ। ਜੇ ਜ਼ੀਰੋ ਡਿਵਾਈਜ਼ਰ ਵਾਲਾ ਕੰਸੈਪਟ ਸਮਝ ਆਊਗਾ ਜੀ ਤਾਂ ਹੀ ਆਪਣਾ ਅਗਲਾ ਟੌਪਿਕ ਜੋ ਹੈ ਪ੍ਰੋਪਰ ਸਮਝ ਆਊਗਾ ਜੀ। तो देखो किवें फिर डेफिनेशन करते हैं, समझांगे डेफिनेशन की कहती हैगी। दो तरह जीरो डिवाइजर करांगे आपां। पहला कर रहे हैगे आपां लेफ्ट जीरो डिवाइजर, ये रिंग दे विच ही होणगे जी। आ कोई रिंग हैगी है, if be any ring then A belongs to R is said to be zero divisor, left zero divisor if there exists B not equal to 0, आइडेंटिटी बराबर ना होवे। सिंबल ध्यान रखने, and B belongs to R, रियल दे विच ही होवे, मतलब इहदे विच होवे, रिंग दे विच ही होवे, such that AB equal to 0, such that AB equals to 0। ਇਹ ਹੈ ਕੀ ਆ ਉਹ ਧਿਆਨ ਦਿਓ, ਸੌਖਾ ਹੀ ਕੰਮ ਆ। ਆਪਾਂ ਕਹਿੰਦੇ ਹੁੰਨੇ ਹੈਗੇ ਆ, ਜੇ ਆਪਾਂ ਕਹੀਏ 3 is a divisor of 12, ਡਿਵਾਈਜ਼ਰ ਵਾਸਤੇ ਕੰਡੀਸ਼ਨ ਕੀ ਹੁੰਦੀ ਆ,
3 ਜਿਹੜਾ ਹੈਗਾ ਉਹ ਡਿਵਾਈਜ਼ਰ ਆਫ 12 ਆ। ਇਦਾਂ ਹੁੰਦਾ ਕਿ 12 ਅੰਦਰ ਹੁੰਦਾ 3 ਤੇ ਡਿਵਾਈਡ ਕੀਤਾ। ਕੰਡੀਸ਼ਨ ਇਹ ਹੁੰਦੀ ਹੈਗੀ ਆ ਕਿ ਕੋਸ਼ੈਂਟ ਜੋ ਹੈ ਇਹ ਕੋਸ਼ੈਂਟ ਜੇ ਧਿਆਨ ਚ ਹੋਵੇ ਕਿਸੇ ਨੂੰ, ਇਹ ਇੰਟੀਜਰ ਚਾਹੀਦਾ ਆਪਾਂ ਨੂੰ, ਰਿਮਾਈਂਡਰ ਪੱਕਾ 0 ਚਾਹੀਦਾ, ਤਾਂ ਆਪਾਂ ਕਹਾਂਗੇ 12 is divisible by 3 ਔਰ 3 is a divisor of 12। ਇਹ ਪਹਿਲਾਂ ਗੱਲਾਂ ਕੀਤੀਆਂ ਹੋਈਆਂ ਨੇ, ਪਿਛਲੇ ਲੈਕਚਰ ਵਿੱਚ ਇਹ ਗੱਲ ਪੜ੍ਹੀ ਹੋਈ ਹੈ। ਆ 4 ਆ ਗਿਆ ਜੀ, ਤਾਂ ਆਪਾਂ ਕਹਾਂਗੇ ਕਿ 3 is a divisor of 4। ਮਤਲਬ ਕੀ ਮਤਲਬ ਬਣਿਆ ਦਾ ਕਿ 3 into 4 12 ਬਰਾਬਰ ਹੋਊਗਾ ਜੀ। ਜਾਂ ਆ ਦੇ, ਜੇ ਨਹੀਂ ਸਮਝਾ ਆ ਦੇਖ ਲਿਓ, dividend is equals to divisor into quotient plus remainder। ਤੇ ਇਹਦਾ ਲਿਖ ਸਕਦੇ ਆਪਾਂ। ਤਾਂ ਵੈਸੇ ਛੋਟੀ ਕਲਾਸ ਦਾ ਕਨਸੈਪਟ ਵੀ ਹੈ ਇਹ। ਜੇ ਆਪਾਂ ਕਿਸੇ ਨੰਬਰ ਨੂੰ ਮੰਨ ਲਓ 16 ਆ, ਇਹਨੂੰ ਲਿਖਤਾ ਆਪਾਂ 2 into 8। 16 ਦੇ ਫੈਕਟਰ ਬਣਾ ਲਿਆ ਆਪਾਂ ਨੇ। ਫੈਕਟਰ ਦਾ ਕੀ ਮਤਲਬ ਹੁੰਦਾ ਹੈਗਾ ਕਿ 2 ਵੀ ਪੱਕਾ ਡਿਵਾਈਜ਼ਰ ਹੋਊਗਾ 16 ਦਾ, 8 ਵੀ ਪੱਕਾ 16 ਦਾ ਡਿਵਾਈਜ਼ਰ ਹੋਊਗਾ। ਇਹ ਦੋਨੇ ਡਿਵਾਈਜ਼ਰ ਹੋਣਗੇ 16 ਦੇ। ਜਾਂ ਐਂ ਕਹਿ ਲਵੋ ਜੇ ਫੈਕਟਰ ਬਣਾਏ ਨੇ। ਇੱਕ ਗੱਲ ਹੋਰ ਧਿਆਨ ਰੱਖਣਾ ਡਿਵਾਈਜ਼ਰ ਵਾਸਤੇ, ਆਪਾਂ ਨੇ ਜਿਹੜੀ ਆਹ ਚੀਜ਼ ਹੈਗੀ ਆਪਾਂ ਕੋਸ਼ਿਸ਼ ਕਰਦੇ ਹੁੰਦੇ ਕਿ ਇਹ ਨਾਨ ਜ਼ੀਰੋ ਹੋਵੇ। ਚਲੋ ਬਾਕੀ ਲੱਗ ਜਾਓ ਪਤਾ ਨਾਨ ਜ਼ੀਰੋ ਡਿਵਾਈਜ਼ਰ, ਇਹ ਨਾਨ ਜ਼ੀਰੋ ਲੈਣੇ ਹੁੰਦੇ ਆਪਾਂ ਮੋਸਟਲੀ। ਆਪਾਂ ਇੰਟੀਜਰ ਜ਼ੀਰੋ ਵੀ ਆ ਸਕਦਾ ਵੈਸੇ, ਜਿਵੇਂ 0 ਨੂੰ 1 ਤੇ ਕੀਤਾ ਡਿਵਾਈਡ ਤਾਂ ਕਿੰਨਾ ਆਊਗਾ 0 ਆ ਗਿਆ। ਪਰ ਆਪਾਂ ਇਹ ਚੀਜ਼ ਨਹੀਂ ਡਿਫਾਈਨ ਕਰ ਰਹੇ ਇਹਦੇ ਵਿੱਚ ਜੀ। ਆਪਾਂ ਕੀ ਲੈ ਰਹੇ ਹੈਗੇ ਆ, ਜੋ ਆਪਾਂ 0 ਡਿਵਾਈਜ਼ਰ ਲੈਫਟ 0 ਡਿਵਾਈਜ਼ਰ ਡਿਫਾਈਨ ਕੀਤਾ ਹੈਗਾ ਇਸ ਕੇਸ ਰਿੰਗ ਦੇ ਵਿੱਚ, ਜਿਹੜਾ ਕੋਸ਼ੈਂਟ ਹੈ ਉਹ ਨਾਨ ਜ਼ੀਰੋ ਚਾਹੀਦਾ ਆਪਾਂ ਨੂੰ, ਤਾਂ ਆਪਾਂ 0 ਡਿਵਾਈਜ਼ਰ ਕਹਾਂਗੇ। ਜਿਵੇਂ ਆਪਾਂ ਇਸ ਕੇਸ ਦੇਖੀਏ, ਇਹਦਾ ਮਤਲਬ ਕੀ ਬਣ ਗਿਆ? ਇਹਦਾ ਮਤਲਬ ਬਣ ਗਿਆ ਜੇ 0 ਨੂੰ ਆਪਾਂ 2 ਤੇ ਡਿਵਾਈਡ ਕਰਾਂਗੇ ਤਾਂ ਕੋਸ਼ੈਂਟ 3 ਆਊਗਾ, ਰਿਮਾਈਂਡਰ ਪੱਕਾ 0 ਆਊਗਾ। ਆਹੀ ਗੱਲ ਬਣੀ ਹੈ ਜੀ। ਆਪਾਂ ਨੂੰ ਇਹ ਗੱਲ ਪੋਸੀਬਲ ਨਹੀਂ ਲੱਗ ਰਹੀ। ਕਿਉਂ ਪੋਸੀਬਲ ਨਹੀਂ ਲੱਗ ਰਹੀ ਹੈਗੀ? ਬਿਕੋਜ਼ ਆਪਾਂ ਇਹਨੂੰ ਯੂਜ਼ੂਅਲ ਡਿਵੀਜ਼ਨ ਮੰਨ ਰਹੇ ਹਾਂ, ਜਿਹੜੀ ਆਪਾਂ ਆਮ ਤੌਰ ਤੇ ਡਿਵੀਜ਼ਨ ਕਰਦੇ ਹੈਗੇ, ਉਹ ਨਹੀਂ ਹੈਗੀ ਇਹ। ਜੇ ਯੂਜ਼ੂਅਲ ਮਲਟੀਪਲੀਕੇਸ਼ਨ ਨਹੀਂ ਹੈਗੀ ਤਾਂ ਯੂਜ਼ੂਅਲ ਡਿਵੀਜ਼ਨ ਨਹੀਂ ਹੈਗੀ। ਡਿਵੀਜ਼ਨ ਹੋਰ ਤਰ੍ਹਾਂ ਦੀ ਹੈ ਇਹਦੇ ਵਿੱਚ, ਤਾਂ ਹੀ ਕਰਕੇ ਇਹਦੇ ਵਿੱਚ ਇਦਾਂ ਪੋਸੀਬਲ ਬਣ ਰਿਹਾ। 2 3 ਦਾ 6 ਹੁੰਦਾ, 6 ਨੂੰ ਕੀ ਕਰਨੇ ਆਪਾਂ 0 ਹੀ ਕਰਨੇ ਆ। ਇਹਦੇ ਵਿੱਚ 6 ਨੂੰ 6 ਤੇ ਡਿਵਾਈਡ ਕੀਤਾ 0 ਆਏਗਾ, ਤਾਂ ਫਿਰ ਇਹ ਡਿਵਾਈਡ ਹੋ ਜਾਏਗਾ। ਤਾਂ ਇਹ ਉਦਾਂ ਹੀ ਆ, ਇਹ ਕੀਤਾ ਕੀ ਆ ਉਹਨਾਂ ਨੇ, ਕੰਡੀਸ਼ਨ ਕਿਵੇਂ ਲਾਈ ਹੈ ਲੈਫਟ 0 ਡਿਵਾਈਜ਼ਰ ਤੇ। ਡਿਵਾਈਡ ਆਪਾਂ a ਤੇ ਹੀ ਕਰਾਂ, a ਨੂੰ ਕਹਾਂਗੇ ਕਿ a ਜੋ ਹੈ ਉਹ 0 ਡਿਵਾਈਜ਼ਰ ਆ, ਮਤਲਬ ਡਿਵਾਈਜ਼ਰ ਆਫ 0। a ਨੂੰ ਆਪਾਂ ਡਿਵਾਈਜ਼ਰ ਆਫ 0 ਤਾਂ ਕਹਾਂਗੇ, ਇਹ ਚ ਕੰਡੀਸ਼ਨ ਇਹ ਲਾਈ ਹੈ ਕਿ ਕੋਸ਼ੈਂਟ ਜੋ ਹੈ ਇਹ ਪੱਕਾ ਨਾਨ ਜ਼ੀਰੋ ਚਾਹੀਦਾ। ਇਹ ਸਮਝਾਉਣ ਵਾਸਤੇ ਹੈ ਜੀ ਗੱਲ, ਕਿ ਤੁਹਾਨੂੰ ਸਮਝ ਆਏ ਲਿੰਕ ਕਿੱਦਾਂ ਬਣਿਆ ਹੈਗਾ। ਕਿਉਂਕਿ ਜਿਹੜਾ ਉਹਨਾਂ ਨੇ 0 ਡਿਵਾਈਜ਼ਰ ਡਿਫਾਈਨ ਕੀਤਾ ਹੈਗਾ, ਇਹ ਉਦੋਂ ਹੀ ਡਿਫਾਈਨ ਕੀਤਾ ਉਹਨਾਂ ਨੇ 0 ਡਿਵਾਈਜ਼ਰ, ਜਿਵੇਂ ਆਪਾਂ ਆਮ ਤੌਰ ਤੇ ਡਿਵੀਜ਼ਨ ਕਰਦੇ ਹੁੰਦੇ ਹਾਂ। ਇਹ ਪਹਿਲਾਂ ਵਾਂਗੂ ਹੀ ਆ ਜੀ। ਜਿਵੇਂ ਤੁਹਾਨੂੰ ਧਿਆਨ ਦੇ ਵਿੱਚ ਹੋਵੇ, ਆਪਾਂ ਸਟਾਰ ਨੂੰ ਮਲਟੀਪਲਾਈ ਚ ਕਿਉਂ ਕਨਵਰਟ ਕੀਤਾ ਜੀ? ਕਿਉਂਕਿ ਇਹਦੀਆਂ ਪ੍ਰੋਪਰਟੀ ਜੋ ਹੈਗੀਆਂ ਨੇ ਮਲਟੀਪਲਾਈ ਨਾਲ ਮੋਸਟਲੀ ਮੈਚ ਹੁੰਦੀਆਂ ਨੇ। ਗਰੁੱਪ ਦੇ ਵਿੱਚ ਕੀਤਾ ਸੀਗਾ, ਉਵੇਂ ਇਹ ਜਿਹੜੀ ਚੀਜ਼ ਹੈਗੀ ਆ ਇਹ ਡਿਵਾਈਜ਼ਰ ਨਾਲ ਮੈਚ ਕਰ ਰਹੀ ਹੈ। ਸਰ ਕਿ ਇਹ 0 ਡਿਵਾਈਜ਼ਰ, ਲੈਫਟ 0 ਡਿਵਾਈਜ਼ਰ, ਰਾਈਟ 0 ਡਿਵਾਈਜ਼ਰ ਦੀ ਗੱਲ ਹੋ ਰਹੀ ਹੈ। ਉਹ ਸਮਝਾਉਣ ਵਾਸਤੇ ਕਿ ਤੁਹਾਨੂੰ ਦਿਮਾਗ 'ਚ ਗੱਲ ਬੈਠ ਜਾਵੇ ਕਿ ਇਦਾਂ ਲੈਣਾ ਆਪਾਂ ਲੈਫਟ 0 ਡਿਵਾਈਜ਼ਰ। ਤਾਂ ਆਪਾਂ ਕਹਾਂਗੇ a ਡਿਵਾਈਡ 0 ਕਰਦਾ, ਜਾਂ ਇਹ ਕਹਿ ਸਕਦੇ ਹਾਂ ਕਿ a ਜੋ ਹੈਗਾ ਉਹ 0 ਡਿਵਾਈਜ਼ਰ ਆ ਜੇ 0 ਡਿਵਾਈਡ ਕਰਦਾ ਹੈਗਾ। ਇੱਥੋਂ ਕੀ ਆਊਗਾ? a b ਇਕੁਅਲ ਟੂ 0 ਹੋਊਗਾ। ਹੁਣ ਲੈਫਟ 0 ਡਿਵਾਈਜ਼ਰ ਕਿਉਂ ਕਿਹਾ ਹੈ ਇਹ ਵੀ ਸ਼ਾਇਦ ਸਮਝ ਆ ਜੇ। ਇਹ a b ਇਕੁਅਲ ਟੂ 0 ਸੀਗਾ। ਜੋ ਡਿਵਾਈਜ਼ਰ ਹੈ ਉਹ ਲੈਫਟ ਵਾਲੇ ਪਾਸੇ ਨਹੀਂ ਪਾਇਆ ਆਪਾਂ ਨੇ। ਆਪਾਂ a ਨੂੰ ਕਹਿ ਰਹੇ 0 ਡਿਵਾਈਜ਼ਰ, ਇਹ ਲੈਫਟ ਵਾਲੇ ਪਾਸੇ ਨਹੀਂ ਪਾਇਆ ਆਪਾਂ ਨੇ। ਨਾਲੇ ਹੋਰ ਕੰਡੀਸ਼ਨ ਧਿਆਨ ਰੱਖਣੀ ਹੈ, ਇਹਦੇ ਵਿੱਚ ਇਹ ਨਹੀਂ ਕਿਹਾ ਆਪਾਂ ਨੇ ਕਿ a ਨਾਨ ਜ਼ੀਰੋ, ਇਹ ਜੋ ਮਰਜ਼ੀ ਹੋਵੇ ਜੀ। ਜਿਹੜੀ ਗੱਲਾਂ ਦੇਖਣ ਵਾਲੀਆਂ ਨੇ, a ਜੋ ਹੈ ਇਹ ਜੋ ਮਰਜ਼ੀ ਹੋ ਸਕਦਾ, ਨੈਗੇਟਿਵ ਮਤਲਬ ਨਾਨ ਜ਼ੀਰੋ 0, b ਪੱਕਾ ਨਾਨ ਜ਼ੀਰੋ ਚਾਹੀਦਾ। ਮਤਲਬ 0 ਡਿਵਾਈਜ਼ਰ ਕੀ ਹੁੰਦਾ? a ਜੋ ਮਰਜ਼ੀ ਹੋਵੇ, a ਜੋ ਹੈ ਜੋ ਮਰਜ਼ੀ ਹੋਵੇ, 0 ਹੋਵੇ ਚਾਹੇ ਨਾਨ ਜ਼ੀਰੋ ਹੋਵੇ। ਜੇ b ਆਪਣੇ ਕੋਲ ਨਾਨ ਜ਼ੀਰੋ ਆ ਗਿਆ ਤਾਂ ਆਪਾਂ ਕਹਾਂਗੇ ਜੇ a ਲੈਫਟ ਵਾਲੇ ਪਾਸੇ ਆ ਤੈਨੂੰ ਕਹਾਂਗੇ a is left 0 divisor। ਇਹਨੂੰ ਇਦਾਂ ਕਹਾਂਗੇ।
ਚਲੋ ਇਹ ਆਪਾਂ ਆਪੇ ਦੇਖ ਲਵਾਂਗੇ। ਹੁਣ ਕਰਨਾ ਆਪਾਂ ਨੇ ਰਾਈਟ ਜ਼ੀਰੋ ਡਿਵਾਈਜ਼ਰ। ਹੁਣ ਤੁਸੀਂ ਕਹੋਗੇ ਕਿ ਲੈਫਟ ਤੇ ਰਾਈਟ ਦੀ ਕੀ ਲੋੜ ਆ ਆਪਾਂ ਨੂੰ? ਇਹ 'ਚ ਲੋੜ ਹੈ, ਜੇ ਬੱਚੇ ਪੜ੍ਹ ਰਹੇ ਹੋਣਗੇ ਪਤਾ ਹੋਊਗਾ ਜੀ, AB = 0 ਹੋਰ ਚੀਜ਼ ਆ, BA = 0 ਹੋਰ ਚੀਜ਼। ਕਿਉਂ ਹੋਰ ਚੀਜ਼ ਇਹ? ਬਿਕੋਜ਼ ਜੋ ਰਿੰਗ ਦੀ ਗੱਲ ਕਰ ਰਹੇ ਹੈਗੇ ਆ, ਰਿੰਗ ਹਮੇਸ਼ਾ ਕਮਿਊਟੇਟਿਵ ਨਹੀਂ ਹੁੰਦੀ ਹੈਗੀ। ਮਤਲਬ ਰਿੰਗ ਦੇ ਵਿੱਚ ਅੰਡਰ ਐਡੀਸ਼ਨ ਤਾਂ ਕਮਿਊਟੇਟਿਵ ਹੁੰਦੀ ਹੈ, ਪਰ ਅੰਡਰ ਮਲਟੀਪਲੀਕੇਸ਼ਨ ਬਾਰੇ ਕੋਈ ਕੰਡੀਸ਼ਨ ਨਹੀਂ ਹੁੰਦੀ ਇਹ 'ਚ। ਤਾਂ AB ਹੋਰ ਚੀਜ਼ ਆ, BA ਹੋਰ ਚੀਜ਼ ਆ। ਜੇ ਆ 0 ਹੋਵੇ ਤਾਂ ਆਪਾਂ ਕਹਾਂਗੇ A is left zero divisor, ਜੇ ਆ 0 ਹੋਵੇ ਇਹ ਰਾਈਟ ਦੇ ਪਾਸੇ ਆ ਗਿਆ, ਇਹਨੂੰ ਕਹਾਂਗੇ ਆਪਾਂ ਰਾਈਟ ਜ਼ੀਰੋ ਡਿਵਾਈਜ਼ਰ। ਉਹ ਡਿਫਾਈਨ ਕਰ ਰਹੇ ਹਾਂ ਆਪਾਂ, ਰਾਈਟ ਜ਼ੀਰੋ ਡਿਵਾਈਜ਼ਰ। ਇਦਾਂ ਲੈ ਲਿਆ, ਇਫ ਆ ਰਿੰਗ ਲੈ ਲਈ ਆਪਾਂ ਨੇ, ਐਡੀਸ਼ਨ ਮਲਟੀਪਲੀਕੇਸ਼ਨ ਆਪਰੇਸ਼ਨ ਆ ਗਏ, B any ring, then A belongs to R is said to be right zero divisor if there exists B non-zero and B belongs to ring such that BA = 0। ਧਿਆਨ ਰੱਖਣਾ ਜੀ, A ਬਾਰੇ ਕੁਝ ਨਹੀਂ ਕਿਹਾ ਹੈਗਾ, ਜ਼ੀਰੋ ਡਿਵਾਈਜ਼ਰ ਜੋ ਮਰਜੀ ਉਸ ਦਾ ਨੈਗੇਟਿਵ ਪੋਜ਼ਿਟਿਵ, ਜਿਹੜਾ ਇੰਟੀਜਰ ਆਪਾਂ ਐਗਜ਼ਿਸਟ ਕਰਾਉਣਾ ਇਸ ਕੇਸ 'ਚ ਪੱਕਾ ਨॉन ਜ਼ੀਰੋ ਹੋਵੇ। ਜੇ ਮੰਨ ਲਓ A ਲੈਫਟ ਜ਼ੀਰੋ ਡਿਵਾਈਜ਼ਰ ਵੀ ਹੈ, ਰਾਈਟ ਜ਼ੀਰੋ ਡਿਵਾਈਜ਼ਰ ਵੀ ਹੈਗਾ, ਦੋਨੇ ਹੈਗੇ ਨੇ A, ਤਾਂ ਆਪਾਂ ਕਹਾਂਗੇ A ਨੂੰ ਜ਼ੀਰੋ ਡਿਵਾਈਜ਼ਰ। ਜ਼ੀਰੋ ਡਿਵਾਈਜ਼ਰ ਕੀ ਹੁੰਦਾ? ਇਫ A is both left and right zero divisor। ਇਹ ਦੋਨੇ ਗੱਲਾਂ, ਲੈਫਟ ਵੀ ਆ ਰਾਈਟ ਵੀ ਆ ਰਿਹਾ, ਮਤਲਬ there exists B not equal to 0, B belongs to R such that AB = 0 equals to B। ਇਹਨੂੰ ਆਪਾਂ ਰਾਈਟ ਜ਼ੀਰੋ ਡਿਵਾਈਜ਼ਰ ਕਹਾਂਗੇ। ਇਹ ਕਾਫੀ ਇੰਪੋਰਟੈਂਟ ਹੈ ਕੰਸੈਪਟ, ਇਹੀ ਆਪਾਂ ਅੱਗੇ ਯੂਜ਼ ਕਰਾਂਗੇ। ਜੇ ਕੰਸੈਪਟ ਨਾ ਸਮਝ ਲੱਗਿਆ ਅੱਗੇ ਫਿਰ ਕੰਮ ਨਹੀਂ ਚੱਲਣਾ, ਇਸ ਕਰਕੇ ਜੇ ਪ੍ਰੋਬਲਮ ਆ ਰਹੀ ਹੈ ਤਾਂ ਦੁਬਾਰਾ ਫੇਰ ਸੁਣ ਲਿਓ, ਤੁਹਾਨੂੰ ਕਲੀਅਰ ਹੋ ਜਾਊਗਾ ਜੀ। ਸੋ ਧਿਆਨ ਦਿਓ, ਦੋ ਟਰਮਾਂ ਡਿਫਾਈਨ ਕੀਤੀਆਂ ਸੀ ਆਪਾਂ ਪਿਛਲੇ ਲੈਕਚਰਾਂ ਦੇ ਵਿੱਚ। ਉਹ ਟਰਮਾਂ ਕੀ ਸੀਗੀਆਂ? ਇੱਕ ਸੀਗਾ ਇੰਪ੍ਰੋਪਰ ਵਰਡ ਆਇਆ ਸੀ, ਉਹ ਕੀਤਾ ਸੀ ਆਪਾਂ ਇੰਪ੍ਰੋਪਰ ਸਬ ਗਰੁੱਪ। ਇੱਕ ਕੀਤਾ ਸੀ ਆਪਾਂ ਨੇ ਪ੍ਰੋਪਰ ਸਬ ਗਰੁੱਪ। ਇੰਪ੍ਰੋਪਰ ਸਬ ਗਰੁੱਪ ਕਿਹੜੇ ਹੁੰਦੇ ਨੇ? ਜਿਹੜੇ ਅੰਡਰਸਟੂਡ ਨੇ ਕਿ ਸਬ ਗਰੁੱਪ ਹੋਣਗੇ। ਉਹ ਕਿਹੜੇ ਕਿਹੜੇ ਨੇ? ਜੀ ਕੋਈ ਗਰੁੱਪ ਆ, ਇੱਕ ਦਾ ਆਇਡੈਂਟੀਟੀ ਪੱਕਾ ਦਾ ਸਬ ਗਰੁੱਪ ਹੋਊਗਾ ਜੀ ਦਾ, ਇੱਕ ਜੀ ਖੁਦ ਆਪ ਜੀ ਦਾ ਸਬ, ਇਹ ਅੰਡਰਸਟੂਡ ਹੈ ਤਾਂ ਦੋ ਪੱਕਾ ਹੋਣਗੇ। ਇਹਨਾਂ ਤੋਂ ਇਲਾਵਾ ਜੇ ਕੋਈ ਹੋਰ ਲਵਾਂਗੇ ਉਹਨੂੰ ਕਿਹਾ ਸੀ ਆਪਾਂ ਪ੍ਰੋਪਰ ਸਬ ਗਰੁੱਪ। ਪ੍ਰੋਪਰ ਸਬ ਗਰੁੱਪ ਕੀ ਕਿਹਾ ਸੀ ਆਪਾਂ ਨੇ? ਕਿ ਨਾ ਤਾਂ ਉਹ ਆਇਡੈਂਟੀਟੀ ਬਰਾਬਰ ਹੋਵੇ ਅਤੇ ਨਾ ਹੀ ਉਹ ਜੀ ਗਰੁੱਪ ਦੇ ਬਰਾਬਰ ਹੋਵੇ। ਇਹਨਾਂ ਤੋਂ ਇਲਾਵਾ ਕੋਈ ਹੋਰ ਗਰੁੱਪ ਹੋਵੇ ਉਹਨੂੰ ਕਿਹਾ ਸੀ ਆਪਾਂ ਪ੍ਰੋਪਰ ਸਬ ਗਰੁੱਪ। ਤਾਂ ਇੰਪ੍ਰੋਪਰ ਹੁੰਦਾ ਜਿਹੜੇ ਅੰਡਰਸਟੂਡ ਨੇ ਹੋਣਗੇ, ਜਿਵੇਂ ਇੰਪ੍ਰੋਪਰ ਸਬਸੈਟ। ਕੋਈ ਵੀ ਸੈੱਟ ਲਵਾਂਗੇ ਉਹਦੇ ਇੰਪ੍ਰੋਪਰ ਸਬਸੈਟ ਕਿਹੜੇ ਹੋਣਗੇ? ਅੰਡਰਸਟੂਡ ਆ ਕਿ ਕਿਹੜੇ ਹੋਣਗੇ। ਤਾਂ 5 ਪੱਕਾ ਹੁੰਦਾ ਹਰੇਕ ਦਾ ਸਬਸੈਟ, ਇੱਕ A ਖੁਦ ਆਪ ਪੱਕਾ ਸਬਸੈਟ ਹੋਊਗਾ ਹੀ ਹੋਊਗਾ। ਇੰਪ੍ਰੋਪਰ ਸਬਸੈਟ ਇੰਪ੍ਰੋਪਰ ਵਰਡ ਹੁੰਦਾ ਜਿਹੜਾ ਅੰਡਰਸਟੂਡ ਹੋਣਗੇ, ਪ੍ਰੋਪਰ ਜਿਹੜੇ ਅੰਡਰਸਟੂਡ ਨਾ ਹੋਣ। ਮਤਲਬ ਇੰਪ੍ਰੋਪਰ ਸਬ ਗਰੁੱਪ ਕਿਹੜੇ ਹੋ ਗਏ? ਜਿਹੜੇ ਪਤਾ ਕਿ ਪੱਕਾ ਹੋਣਗੇ E ਤੇ ਗਰੁੱਪ ਖੁਦ ਆਪ। ਪ੍ਰੋਪਰ ਇਹਨਾਂ ਤੋਂ ਇਲਾਵਾ ਉਵੇਂ ਕਰਨਾ ਆਪਾਂ ਇਹਦੇ ਵਿੱਚ ਪ੍ਰੋਪਰ ਜ਼ੀਰੋ ਡਿਵਾਈਜ਼ਰ। ਪ੍ਰੋਪਰ ਤਾਂ ਸਮਝ ਲੱਗੂਗਾ ਜੇ ਆਪਾਂ ਨੂੰ ਪਤਾ ਹੋਊਗਾ ਇੰਪ੍ਰੋਪਰ ਜ਼ੀਰੋ ਡਿਵਾਈਜ਼ਰ ਕਿਹੜਾ ਹੁੰਦਾ।
ये की है देखो ध्यान नाल समझो, ये कुछ प्रॉपर्टीज ने जी, जिवें ये अंडरस्टूड प्रॉपर्टीज ने, जिवें आपां कह लईए कि ए प्लस माइनस बी जिहड़ा हुंदा वो ए माइनस बी हुंदा, जां ए इंटू जीरो करांगे वो पक्का जीरो आऊगा। आइडेंटिटी एलीमेंट नूं किसी नाल भी मल्टीप्लाई करोगे तो वो पक्का जीरो आऊगा। ये कुछ अंडरस्टूड प्रॉपर्टीज ने जी। वैसे जे समझ आवे गल तो इदां हैगी है कि ये अंडर एडिशन आइडेंटिटी एलीमेंट, तो अंडर मल्टीप्लीकेशन वास्ते आप जीरो किवें कह सकते हैं। देखिए जे तो अंडर एडिशन जो है, अंडर एडिशन अपने को आइडेंटिटी एलीमेंट है, जे अंडर एडिशन अपने को आइडेंटिटी एलीमेंट है, इहनूं मल्टीप्लाई करांगे किसी एलीमेंट नाल तो जीरो किद्दां बन गए। ये तां ही आ कि सिंपल उन्होंने तां ही इदां सपोज किए हुए ने, जे बच्चा कन्फ्यूज हो रहा तो याद रखना सौखा रहे कि ए इंटू जीरो जीरो हुंदा। ये सिंपल तां ही उन्होंने जीरो मन्निया है एडिटिव आइडेंटिटी नूं, एडिटिव आइडेंटिटी नूं तां ही उन्होंने इदां जीरो लिया है। हुण जे गल लग रही होगी कि किद्दां पॉसीबल है, मैं थोड़ा प्रूफ करवा रहा, ये समझ आ जाऊगा जी कि ए इंटू जीरो, कि इनू आप लिख सकते हैं ए इंटू जीरो प्लस जीरो, क्योंकि अंडर एडिशन जो है ये आइडेंटिटी एलीमेंट है, किसी नाल भी ऐड करांगे सेम ही आऊगा आंसर। ठीक है कि फिर आप इदां कर सकते ए इंटू जीरो प्लस ए इंटू जीरो। देखो हुण इदां नहीं है कि बस ये मल्टीप्लाई किया, जस्ट ये सारा रिंग विच चल रहा काम। जे काम है रिंग दे विच तो सिर्फ रिंग दी प्रॉपर्टी दिमाग च लैके आउणियां कि रिंग विच की हुंदा डिस्ट्रीब्यूटिव ला, लैफ्ट डिस्ट्रीब्यूटिव ला, लैफ्ट तो डिस्ट्रीब्यूट आप कर सकते हैं। फिर इनू लिख सकते आप इदां ए इंटू जीरो प्लस जीरो। हाँ जी, किसी भी एलीमेंट च आप आइडेंटिटी ऐड करांगे वो सेम आऊगा। तो ये की शो करता आपने, इदां शो हो गया। हुण ये लैफ्ट कैंसलेशन ला सकते हैं, देखो ये लगा सकते हैं आप लैफ्ट कैंसलेशन ला, जे गल समझ आ रही हो। लैफ्ट कैंसल नहीं करना होंगे समझने वास्ते, लैफ्ट कैंसलेशन ला क्यों ला सकते हैं, बिकॉज ये अंडर एडिशन ग्रुप आ। हुण उही गल इत्थे रट्टे मारने थोड़े औखे लगणगे, जिहड़े रट्टे मार रहे हैं वो कहेंगे लैफ्ट कैंसलेशन ला तो आ हुंदा जी, इहनूं कहने आप लैफ्ट कैंसलेशन ला। जिन्हें प्रॉपर पढ़िया उन्हें पता होगा कि ये तो जस्ट एक सिंबल आ जो मल्टीप्लाई आप लिया यूज हो, तो जे आप जस्ट एक जनरल सिंबल आ तो ये ऑपरेशन जो है वो प्लस भी तो आ सकता, ऑपरेशन जिहड़ा मर्जी आवे। जे प्लस ऑपरेशन लाओगे तो लैफ्ट कैंसलेशन ला की बनेगा, आ बनेगा। यही है कि गल समझ के चलूगा जी सारा। तो ये अंडर एडिशन ग्रुप आ, अंडर एडिशन जो ग्रुप आ तो अंडर एडिशन लैफ्ट कैंसलेशन ला होल्ड करेगा, बिकॉज शो किया है कि ग्रुप दे विच लैफ्ट अते राइट कैंसलेशन ला दोने होल्ड करते होंगे ने। इस करके फिर अपने को ये चीज आ जाएगी। मतलब ये तां ही सिंपल उन्हें इदां मन्ननी है। तो देखो गल नहीं सौखी भी नहीं कि ए इंटू जीरो कितना जीरो आ गया ना, सौखा काम भी नहीं है, पर वो सिंबल तां ही इदां मन्नने उन्होंने कि जीरो क्यों सिंबल मन्निया कि इहदियां प्रॉपर्टियां मोस्टली जीरो नाल मैच करदियां ने आइडेंटिटी एलीमेंट दी, एडिटिव आइडेंटिटी दी, कि याद रखना सौखा रहे। हुण ध्यान दो, फिर तो यह गल इदां बन गई, जे ए जीरो इंटू बी करांगे, बी नॉन जीरो, बी कुछ भी एलीमेंट होवे, मान लो रिंग दे विचों बी कोई भी नॉन जीरो एलीमेंट होवे तो जीरो इंटू किता ए एलीमेंट जो मर्जी होवे पक्का जीरो आंसर आएगा। तो इहनूं की करने हुन्ने आपां, जे आह नॉन जीरो होवे तो इहदा की नाम हुंदा, ए नूं कहने हैगे आपां जीरो डिवाइजर, लैफ्ट जीरो डिवाइजर। जे दोने गल्लां होण ये राइट आ लैफ्ट राइट तेनों कहांगे आपां जीरो डिवाइजर। ये अंडरस्टूड नहीं है कि हमेशा जीरो बनेगा बनेगा, कोई लोड़ नहीं चेक करने की, चाहे इदां कर लो मल्टीप्लाई, ये अंडरस्टूड है। जे अंडरस्टूड है तो ये अंडरस्टूड है कि जीरो की होगा पक्का जीरो डिवाइजर, देयरफॉर जीरो इज improper zero divisor।
मतलब 0 इंटू नॉन जीरो करांगे तो पक्का 0 ही आऊगा आंसर। ये ਅਸੀਂ ਪ੍ਰੂਵ ਵੀ ਕੀਤਾ ਆਪਾਂ ਉਰੇ कि 0 इंटू नॉन जीरो पक्का 0 आएगा। तो अंडरस्टूड ही है। जे अंडरस्टूड है तो ये 0 की हैगा अंडरस्टूड है तो ये इंप्रॉपर जीरो डिवाइजर। फिर प्रॉपर किहड़ा होਊਗਾ ਜਿਹੜਾ अंडरस्टूड ना होवे। मतलब ए तो पक्का नॉन जीरो है जी, बी बारे तो क्या है अपन जे इत्थे 0 होਊਗਾ तो पक्का पता कि आंसर 0 आएगा। जे पक्का पता 0 आएगा तो ये इंप्रॉपर जीरो डिवाइजर हो गया। जे आह नंबर अपने को नॉन जीरो होवे, आ भी नॉन जीरो आ भी नॉन जीरो आंसर 0 आ जी, ये पॉसिबल है ਆਪਾਂ ਹੁਣੇ ਕੀਤਾ ਹੈਗਾ, ਤਾਂ ਉਹ ਨੰਬਰ ਨੂੰ ਕਹਾਂਗੇ ਕਿ ਉਹ ਪ੍ਰੋਪਰ ਜ਼ੀਰੋ ਡਿਵਾਈਜ਼ਰ ਹੈ। ਉਹ ਗੱਲ ਜ਼ਿਆਦਾ ਇੰਪੋਰਟੈਂਟ ਹੈ ਪ੍ਰੋਪਰ ਜ਼ੀਰੋ ਡਿਵਾਈਜ਼ਰ ਦੀ। ਉਹ ਦੇਖ ਲਓ ਪ੍ਰੋਪਰ ਜ਼ੀਰੋ ਡਿਵਾਈਜ਼ਰ A non zero ਤੇ A belongs to ring is said to be proper zero divisor if B belongs to B not equal to 0, B belongs to ring such that AB equal to 0 equal to B। ਇਹ ਗੱਲ ਬਹੁਤ ਇੰਪੋਰਟੈਂਟ ਹੈ ਜੀ। ਪ੍ਰੋਪਰ ਜ਼ੀਰੋ ਡਿਵਾਈਜ਼ਰ ਕਿਹੜਾ ਹੋਊਗਾ ਜੋ B ਤਾਂ ਪੱਕਾ, ਇਹ ਜਿਹੜੀ ਕੰਡੀਸ਼ਨ ਲਾਈ ਹੈਗੀ ਆ ਆਹ ਵਾਲੀ, ਇਹ ਜ਼ੀਰੋ ਡਿਵਾਈਜ਼ਰ ਦੀ ਹੈ। B ਨॉन ਜ਼ੀਰੋ ਚਾਹੀਦਾ, A ਜੋ ਮਰਜ਼ੀ ਹੋਵੇ। ਇਹ ਪ੍ਰੋਪਰਟੀ ਹੈ ਕਿ ਇਹ ਲੈਫਟ ਜ਼ੀਰੋ ਡਿਵਾਈਜ਼ਰ ਹੋ ਗਿਆ, ਰਾਈਟ ਜ਼ੀਰੋ ਡਿਵਾਈਜ਼ਰ ਹੋ ਗਿਆ, ਤਾਂ ਇਹ ਜ਼ੀਰੋ ਡਿਵਾਈਜ਼ਰ ਬਣ ਗਿਆ ਆਪਣੇ ਕੋਲ। ਇਹ ਤਾਂ ਪ੍ਰੋਪਰਟੀ ਜੋ ਹੈ ਇਹ ਜ਼ੀਰੋ ਡਿਵਾਈਜ਼ਰ ਦੀ ਹੈ। ਪਰ ਜੇ A ਜ਼ੀਰੋ ਆ ਤਾਂ ਅੰਡਰਸਟੂਡ ਹੈ ਕਿ ਬਰਾਬਰ ਹੀ ਆਣਗੇ ਆਂਸਰ। ਜੇ A ਜ਼ੀਰੋ ਹੈ ਤਾਂ ਅੰਡਰਸਟੂਡ ਹੈ ਕਿ ਆਂਸਰ ਬਰਾਬਰ ਆਣਗੇ। ਤਾਂ ਜ਼ੀਰੋ ਨੂੰ ਕੀ ਕਹਾਂਗੇ, ਉਹ ਇੰਪ੍ਰੋਪਰ ਜ਼ੀਰੋ ਡਿਵਾਈਜ਼ਰ ਹੈ, ਪੱਕਾ ਤਿੰਨੇ ਆਂਸਰ ਬਰਾਬਰ ਹੋਣਗੇ। ਪਰ ਨਵੀਂ ਗੱਲ ਕੀ ਆ, ਜੇ A ਨॉन ਜ਼ੀਰੋ ਹੋਵੇ ਫਿਰ ਨਹੀਂ ਪੱਕਾ ਕਹਿ ਸਕਦੇ ਆਪਾਂ ਕਿ ਜੇ A ਨॉन ਜ਼ੀਰੋ ਹੋਊਗਾ ਆ ਵੀ ਨॉन ਜ਼ੀਰੋ ਹੋਊਗਾ ਤਾਂ ਨॉन ਜ਼ੀਰੋ ਇੰਟੂ ਨॉन ਜ਼ੀਰੋ ਪੱਕਾ ਹਮੇਸ਼ਾ ਜ਼ੀਰੋ ਆਊਗਾ, ਪੱਕਾ ਨਹੀਂ ਕਹਿ ਸਕਦੇ। ਇਸ ਕਰਕੇ ਇਹਨਾਂ ਬਾਰੇ ਕੁਝ ਨਹੀਂ ਕਹਿ ਸਕਦੇ, ਇਹਨੂੰ ਕਹਾਂਗੇ ਆਪਾਂ ਪ੍ਰੋਪਰ ਜ਼ੀਰੋ ਡਿਵਾਈਜ਼ਰ। ਜਿਹੜੇ ਪੱਕਾ ਹੋਣਗੇ ਉਹ ਇੰਪ੍ਰੋਪਰ ਹੁੰਦਾ, ਜਿਹੜੇ ਜਿਨ੍ਹਾਂ ਬਾਰੇ ਕੁਝ ਨਹੀਂ ਕਹਿ ਸਕਦੇ ਪ੍ਰੋਪਰ ਕਹਾਂਗੇ। ਤਾਂ ਪ੍ਰੋਪਰ ਜ਼ੀਰੋ ਡਿਵਾਈਜ਼ਰ ਕੀ ਹੁੰਦਾ, A ਵੀ ਨॉन ਜ਼ੀਰੋ ਆ, ਸਿੰਪਲ ਜੀ ਗੱਲ ਆ, B ਵੀ ਨॉन ਜ਼ੀਰੋ ਆ, ਉਹਦੀ ਪ੍ਰੋਡਕਟ ਜ਼ੀਰੋ ਆ ਜਾਏ ਜਿੱਦਾਂ ਮਰਜ਼ੀ ਕਰਕੇ, ਚਾਹੇ A ਵੀ ਕਰ ਲਓ ਚਾਹੇ B ਕਰ ਲਓ। ਇਹ ਦੋਨੇ ਗੱਲਾਂ ਨੇ ਜੇ ਗੱਲ ਸਮਝ ਆ ਰਹੀ ਹੋਵੇ ਇਹਦੇ ਵਿੱਚੋਂ, ਜੇ ਗੱਲ ਸਮਝ ਆ ਰਹੀ ਹੋਵੇ ਦੋਨੇ ਗੱਲਾਂ ਕਿਵੇਂ ਕਹਿ ਰਹੇ ਹਾਂ ਕਿ ਇਸ ਕੇਸ 'ਚ ਆਪਾਂ B ਨੂੰ ਜ਼ੀਰੋ ਡਿਵਾਈਜ਼ਰ ਕਹਿ ਸਕਦੇ, A ਦਾ B ਇਜ਼ ਜ਼ੀਰੋ ਡਿਵਾਈਜ਼ਰ ਆਫ A ਜਾਂ ਪ੍ਰੋਪਰ ਜ਼ੀਰੋ ਡਿਵਾਈਜ਼ਰ ਕਹਿ ਲਓ। ਧਿਆਨ ਦਿਓ ਕਿਸੇ ਨੰਬਰ ਮੰਨ ਲਓ C ਕੋਈ ਨੰਬਰ ਹੈ, ਇਹਨੂੰ ਜ਼ੀਰੋ ਡਿਵਾਈਜ਼ਰ ਕਦੋਂ ਕਹਾਂਗੇ, ਜੇ C ਨੂੰ ਕਿਸੇ ਨॉन ਜ਼ੀਰੋ ਨਾਲ ਮਲਟੀਪਲਾਈ ਕਰਕੇ ਜ਼ੀਰੋ ਆ ਜਾਏ, ਚਾਹੇ ਲੈਫਟ ਤੋਂ ਕਰ ਲਈ ਆਪਾਂ C ਨੂੰ ਮਲਟੀਪਲਾਈ, ਚਾਹੇ ਰਾਈਟ ਤੋਂ ਕਰ ਲਈਏ। ਜੇ ਆਹ ਨੰਬਰ ਆਪਣੇ ਕੋਲ ਨॉन ਜ਼ੀਰੋ ਆ ਗਿਆ ਤਾਂ ਆਪਾਂ ਕਹਾਂਗੇ C ਇਜ਼ ਜ਼ੀਰੋ ਡਿਵਾਈਜ਼ਰ। ਕੀ ਆਪਾਂ B ਨੂੰ ਕਹਿ ਸਕਦੇ ਹਾਂ ਕਿ B ਜੋ ਹੈ ਇਹ ਜ਼ੀਰੋ ਡਿਵਾਈਜ਼ਰ। ਫਿਰ ਕਿਵੇਂ ਚੈੱਕ ਕਰਾਂਗੇ ਕਿ B ਨੂੰ ਆਪਾਂ ਨॉन ਜ਼ੀਰੋ ਨਾਲ ਮਲਟੀਪਲਾਈ ਕੀਤਾ, ਨॉन ਜ਼ੀਰੋ ਹੀ ਆ। ਜੇ ਨॉन ਜ਼ੀਰੋ ਨਾਲ ਮਲਟੀਪਲਾਈ ਕਰਕੇ ਜ਼ੀਰੋ ਕਹਿ ਰਹੇ ਹਾਂ, ਚਾਹੇ ਆਪਾਂ ਲੈਫਟ ਤੋਂ ਕਰ ਲਈਏ ਚਾਹੇ ਆਪਾਂ ਰਾਈਟ ਤੋਂ ਕਰ ਲਈਏ, ਆਂਸਰ ਬਰਾਬਰ ਆ ਰਹੇ। ਤਾਂ ਇਸ ਕੇਸ 'ਚ ਆਪਾਂ ਇਹ ਵੀ ਕਹਿ ਸਕਦੇ ਹਾਂ ਕਿ ਜੋ B ਹੈ ਉਹ ਪ੍ਰੋਪਰ ਜ਼ੀਰੋ ਡਿਵਾਈਜ਼ਰ ਹੈ। ਆਲਸੋ ਇਸ ਕੇਸ 'ਚ ਆਪਾਂ ਇਹ ਵੀ ਕਹਿ ਸਕਦੇ ਹਾਂ ਕਿ B ਇਜ਼ ਪ੍ਰੋਪਰ ਜ਼ੀਰੋ ਡਿਵਾਈਜ਼ਰ। ਹੁਣ ਥੋੜੀ ਗੱਲ ਦੇਖਣਾ ਆਪਾਂ ਕੀ ਪੜਿਆ ਹੈਗਾ। ਜੇ ਆਪਾਂ ਕਹੀਏ ਜ਼ੀਰੋ ਡਿਵਾਈਜ਼ਰ ਦੀ ਗੱਲ ਕਰੀਏ ਤਾਂ ਜ਼ੀਰੋ ਡਿਵਾਈਜ਼ਰ ਕੀ ਡਿਫਾਈਨ ਕੀਤਾ ਆਪਾਂ ਨੇ ਕਿ A ਥਾਂ ਤੇ ਮੈਂ XY ਸਿੰਬਲ ਲੈ ਰਿਹਾ ਤਾਂ ਜੋ ਤੁਹਾਨੂੰ ਸਮਝ ਆ ਜਾਏ ਹੋਰ ਕਿ X ਕੋਈ ਵੀ ਰਿੰਗ ਦੇ ਵਿੱਚ ਹੈ, ਜੇ Y ਨॉन ਜ਼ੀਰੋ ਹੈ ਅਤੇ Y ਰਿੰਗ ਦੇ ਵਿੱਚ ਹੀ ਆ ਰਿਹਾ ਹੈ। ਕਿਸ ਤਰ੍ਹਾਂ ਕਿ X ਇੰਟੂ Y ਜ਼ੀਰੋ ਬਣ ਜੇ, ਇਹ ਲੈਫਟ ਜ਼ੀਰੋ ਡਿਵਾਈਜ਼ਰ ਆ, ਇਹ ਰਾਈਟ ਜ਼ੀਰੋ ਡਿਵਾਈਜ਼ਰ ਹੈ। ਦੋਨੇ ਗੱਲਾਂ ਹੋਣ ਉਹਨੂੰ ਆਪਾਂ ਜ਼ੀਰੋ ਡਿਵਾਈਜ਼ਰ ਕਿਹਾ। ਕਿ ਹੁਣ ਆਪਾਂ ਕਹਿ ਸਕਦੇ ਹਾਂ ਜੇ X ਇਜ਼ ਜ਼ੀਰੋ ਡਿਵਾਈਜ਼ਰ ਆ ਕਿ Y ਵੀ ਪੱਕਾ ਜ਼ੀਰੋ ਡਿਵਾਈਜ਼ਰ ਹੋਊਗਾ। ਇਸ ਕੇਸ ਨਹੀਂ, Y ਨੂੰ ਆਪਾਂ ਜ਼ੀਰੋ ਡਿਵਾਈਜ਼ਰ ਕੀ ਹੁੰਦਾ,
ਇਹ ਨੰਬਰ ਨੂੰ ਕਿਸੇ ਨੌਨ ਜ਼ੀਰੋ ਨਾਲ ਮਲਟੀਪਲਾਈ ਕਰੀਏ ਤਾਂ ਜ਼ੀਰੋ ਆਨਸਰ ਆਵੇ, ਤਾਂ ਇਸ ਨੰਬਰ ਨੂੰ ਆਪਾਂ ਜ਼ੀਰੋ ਡਿਵਾਈਜ਼ਰ ਕਹਾਂਗੇ। ਦੁਬਾਰਾ ਦੇਖ ਲਓ ਧਿਆਨ ਨਾਲ, x ਨੂੰ ਆਪਾਂ ਜ਼ੀਰੋ ਡਿਵਾਈਜ਼ਰ ਕਿਉਂ ਕਿਹਾ? ਕਿਉਂਕਿ x ਨੂੰ ਨੌਨ ਜ਼ੀਰੋ ਨਾਲ ਮਲਟੀਪਲਾਈ ਕੀਤਾ ਫਿਰ ਜ਼ੀਰੋ ਆਨਸਰ ਆ ਗਿਆ, ਤਾਂ x ਨੂੰ ਕਹਾਂਗੇ ਜ਼ੀਰੋ ਡਿਵਾਈਜ਼ਰ। ਇੱਥੇ y ਨੂੰ ਆਪਾਂ ਜ਼ੀਰੋ ਡਿਵਾਈਜ਼ਰ ਨਹੀਂ ਕਹਿ ਸਕਦੇ। y ਨੂੰ ਜ਼ੀਰੋ ਡਿਵਾਈਜ਼ਰ ਕਿਉਂ ਨਹੀਂ ਕਹਿ ਸਕਦੇ? ਕਿਉਂਕਿ y ਨੂੰ ਆਪਾਂ ਮਲਟੀਪਲਾਈ ਕਰ ਰਹੇ ਹਾਂ x ਨਾਲ। ਇੱਥੇ ਕਿਹੜਾ ਕਨਫਰਮ ਆ ਕਿ x ਨੌਨ ਜ਼ੀਰੋ, ਇੱਥੇ x ਜੋ ਮਰਜ਼ੀ ਹੋ ਸਕਦਾ। ਇਸ ਕਰਕੇ ਉਲਟਾ ਨਹੀਂ ਕਹਿ ਸਕਦੇ ਆਪਾਂ ਇੱਥੋਂ ਕਿ y ਵੀ ਪੱਕਾ ਜੋ ਹੈ ਉਹ ਜ਼ੀਰੋ ਡਿਵਾਈਜ਼ਰ ਆਫ x ਹੋਊਗਾ, ਇਦਾਂ ਆਪਾਂ ਨਹੀਂ ਕਹਿ ਸਕਦੇ। ਪਰ ਜੇ ਨਾਲ ਕੰਡੀਸ਼ਨ ਆ ਲਾ ਦੀ ਆਪਾਂ ਫੇਰ ਕਹਿ ਸਕਦੇ ਉਲਟਾ ਕਿ ਹੁਣ ਤਾਂ ਪੱਕਾ ਪਤਾ ਨੌਨ ਜ਼ੀਰੋ, y ਨੂੰ ਨੌਨ ਜ਼ੀਰੋ ਨਾਲ ਮਲਟੀਪਲਾਈ ਕਰਾਂਗੇ ਜ਼ੀਰੋ ਆ ਰਿਹਾ ਆਨਸਰ, ਤਾਂ y ਨੂੰ ਕੀ ਕਹਾਂਗੇ ਆਪਾਂ ਜ਼ੀਰੋ ਡਿਵਾਈਜ਼ਰ। ਮਤਲਬ ਜੇ x ਇਜ਼ ਪ੍ਰੋਪਰ ਜ਼ੀਰੋ ਡਿਵਾਈਜ਼ਰ ਆ ਜਾਂ a ਇਜ਼ ਪ੍ਰੋਪਰ ਜ਼ੀਰੋ ਡਿਵਾਈਜ਼ਰ ਆ ਤਾਂ b ਵੀ ਪੱਕਾ ਕੀ ਹੋਊਗਾ, ਉਹ ਵੀ ਪ੍ਰੋਪਰ ਜ਼ੀਰੋ ਡਿਵਾਈਜ਼ਰ ਹੋਊਗਾ। ਇਹ ਗੱਲਾਂ ਸਾਰੀਆਂ ਸਮਝ ਕੇ ਕਰਨਾ ਹੈ ਜੀ ਕੰਮ, ਇਹ ਤਾਂ ਹੀ ਟਾਈਮ ਲੱਗਿਆ ਇਹਦੇ ਉੱਪਰ ਕਿ ਇੰਪੋਰਟੈਂਟ ਕਨਸੈਪਟ ਹੈ ਜੀ। ਇਹਨੂੰ ਹੋਰ ਸਮਝਣ ਵਾਸਤੇ ਥੋੜ੍ਹੀਆਂ ਆਪਾਂ ਥਿਊਰਮਾਂ ਕਰਨੀਆਂ ਨੇ। ਇਹਦੇ ਵਿੱਚ ਵੀ ਨੂਮੈਰੀਕਲ ਪੋਰਸ਼ਨ ਥੋੜਾ ਘੱਟ ਹੋਊਗਾ ਜੀ। ਨੂਮੈਰੀਕਲ ਪੋਰਸ਼ਨ ਅਸੀਂ ਆਪ ਟਰਾਈ ਕਰਨਾ ਵੱਧ ਤੋਂ ਵੱਧ ਜਿੰਨਾ ਹੁੰਦਾ। ਸੋ ਦੇਖੋ ਥਿਊਰਮ ਕਰ ਰਿਹਾ ਮੈਂ। ਇਹ ਸਟੇਟਮੈਂਟ ਤੁਸੀਂ ਦੇਖ ਲਓ। ਇਹ ਸਟੇਟਮੈਂਟ ਹੈਗੀ ਆ ਲੈਟ R be a ring, R ਕੋਈ ਰਿੰਗ ਹੈ, then following conditions are equivalent। following condition ਜਿਹੜੀਆਂ ਹੈਗੀਆਂ ਨੇ ਉਹ equivalent ਹੋਣਗੀਆਂ। ਕਿਹੜੀਆਂ? ਪਹਿਲਾਂ R has no zero divisor, second ਗੱਲ ਆ R satisfies left cancellation law, R satisfy right cancellation law। जो कैंसलेशन ला की गल हो रही हैगी आ वो देखो डिफाइन करने पैंदा। थ्योरम स्टार्ट करने तो पहला लैफ्ट कैंसलेशन ला ते राइट कैंसलेशन ला डिफाइन कर रहे हैं। लैफ्ट कैंसलेशन ला जो ध्यान दो जी, लैफ्ट कैंसलेशन ला की होगा इहदे विच। जे ग्रुप की गल करिए ਹੁਣ ਤੁਸੀਂ ਇਹ ਗੱਲ ਆਪਣੇ ਦਿਮਾਗ ਨਾਲ ਹੀ ਚੱਲਣਾ ਕੰਮ ਜੀ। ਪਹਿਲਾਂ ਵੀ ਗੱਲ ਕੀਤੀ ਸੀ ਜੀ, ਰਿੰਗ ਵਿਦ ਯੂਨਿਟੀ। ਜਿਹੜਾ ਇਹ ਯੂਨਿਟੀ ਆ ਇਹ ਆਇਡੈਂਟੀਟੀ ਐਲੀਮੈਂਟ ਆ, ਇਹ ਡਿਫਾਈਨ ਕੀਤਾ ਸੀ ਆਪਾਂ ਨੇ। ਉਹੀ ਹੈ, ਜੇ ਸਮਝ ਕੇ ਚੱਲੋਗੇ ਤਾਂ ਸਮਝਾਊਗਾ ਜੀ ਪ੍ਰੋਪਰ। ਹੁਣ ਇਹ ਆਇਡੈਂਟੀਟੀ ਕਿਹੜੀ ਗੱਲ ਕਰ ਰਿਹਾ? ਐਡੀਸ਼ਨ ਦੀ ਆਇਡੈਂਟੀਟੀ ਗੱਲ ਕਰ ਰਿਹਾ ਹੈ ਕਿ ਮਲਟੀਪਲੀਕੇਸ਼ਨ ਦੀ ਆਇਡੈਂਟੀਟੀ ਗੱਲ ਕਰ ਰਿਹਾ? ਤਾਂ ਜਿਹੜੇ ਬੱਚੇ ਪੜ੍ਹ ਰਹੇ ਹੋਣਗੇ ਪਤਾ ਹੋਊਗਾ ਕਿ ਰਿੰਗ ਦੇ ਵਿੱਚ ਤਾਂ ਅੰਡਰ ਐਡੀਸ਼ਨ ਦਾ ਆਇਡੈਂਟੀਟੀ ਆਂਦੀ ਹੁੰਦੀ ਹੈ। ਜੇ ਐਕਸਟਰਾ ਕਹਿ ਰਿਹਾ ਹੈਗਾ ਮਲਟੀਪਲੀਕੇਸ਼ਨ ਵਾਸਤੇ ਆਇਡੈਂਟੀਟੀ ਐਲੀਮੈਂਟ ਨਹੀਂ ਹੁੰਦਾ ਹੈ। ਜਿਹਨੇ ਐਕਸਟਰਾ ਪਾਇਆ ਹੈਗਾ ਤਾਂ ਜਿਹੜਾ ਇਹ ਆਇਡੈਂਟੀਟੀ ਹੈ ਯੂਨਿਟੀ ਹੈ ਇਹ ਮਲਟੀਪਲੀਕੇਸ਼ਨ ਦੀ ਗੱਲ ਕਰ ਰਿਹਾ। ਮਤਲਬ ਰਿੰਗ ਦੇ ਵਿੱਚ ਅੰਡਰ ਮਲਟੀਪਲੀਕੇਸ਼ਨ ਆਇਡੈਂਟੀਟੀ ਐਲੀਮੈਂਟ ਆ ਰਿਹਾ, ਇਹਦਾ ਮੀਨਿੰਗ ਇਹ ਹੈ। ਤਾਂ ਲੈਫਟ ਕੈਂਸਲੇਸ਼ਨ ਲਾ ਹੁਣੀ ਗੱਲ ਕੀਤੀ ਆ कि अंडर एडिशन तो लैफ्ट कैंसलेशन ला पक्का होल्ड करेगा, क्योंकि अंडर एडिशन का ग्रुप आ रिंग, ग्रुप दे विच कैंसलेशन ला तो होल्ड करदा हुंदा। पर मल्टीप्लिकेशन वास्ते ग्रुप तो नहीं है। मल्टीप्लिकेशन वास्ते की है सैमी ग्रुप है, सैमी ग्रुप दे विच कैंसलेशन ला पक्का नहीं होल्ड करदे हुंदे। जे सैमी ग्रुप दे विच कैंसलेशन ला होल्ड कर जाण उहनूं ग्रुप कहने हुंदे। मतलब फिर आपां कैंसलेशन ला एडिशन वास्ते होल्ड करनगे, जे होल्ड करनगे फिर डिफाइन करन दी की लोड़ आपां नूं। मल्टीप्लीकेशन वास्ते पक्का नहीं पता होल्ड करने के, बिकॉज मल्टीप्लीकेशन वास्ते ग्रुप है नहीं, दिता नहीं है ना अपन। मल्टीप्लीकेशन वास्ते पता नहीं ग्रुप है कि नहीं है। ये लैफ्ट कैंसलेशन ला सी ग्रुप दे विच अंडर मल्टीप्लीकेशन। तो ये कैंसलेशन ला जो हैगे ने फिर मल्टीप्लीकेशन वास्ते नहीं। ये है की आ उवें आपां आर ए रिंग आ जी, ए बी इक्वल टू ए सी होवे, दिस इंप्लाइज B इक्वल टू C हो। ये लैफ्ट कैंसलेशन ला। होर बड़ी इंपॉर्टेंट गल की है इहदे विच, होर इंपॉर्टेंट गल इहदे विच इह आ कि A जो है ये नॉन जीरो चाहिदा। आइडेंटिटी एलिमेंट आ ये हुण ओही गल आ कि इहदी प्रॉपर्टियां जीरो नाल मैच कर रही हैं। जीरो जीरो कैंसल नहीं कर सकते आपां, उवें आ जिहड़ा आइडेंटिटी एलिमेंट है वो कैंसल नहीं होगा। जे नॉन जीरो एलिमेंट लवांगे इधर तो लैफ्ट कैंसलेशन ला किवें होल्ड कराना? ग्रुप दे विच आपां की किहा सी, लैफ्ट कैंसलेशन ला होल्ड कराना होवे
ਪਹਿਲਾਂ ਆਪਾਂ ए B = AC ਮੰਨਦੇ ਸੀ, ਫਿਰ ਇੱਥੋਂ B = C ਸ਼ੋ ਕਰਦੇ ਸੀ। ਹੁਣ ਜੇ ਇਹਦੇ 'ਚ ਲੈਫਟ ਕੈਂਸਲੇਸ਼ਨ ਲਾ ਹੋਲਡ ਕਰਾਉਣਾ, ए B = AC ਮੰਨਣਾ ਅਤੇ ਨਾਲ A ਨॉन ਜ਼ੀਰੋ ਮੰਨਣਾ, ਇਹ ਮੰਨਣਾ ਕਰਨਾ। ਇਹ ਮੰਨ ਕੇ ਜੇ B = C ਆ ਗਿਆ ਤਾਂ ਲੈਫਟ ਕੈਂਸਲੇਸ਼ਨ ਲਾ ਆਪਣਾ ਹੋਲਡ ਕਰ ਦੇਗਾ। ਇਹ ਲੈਫਟ ਕੈਂਸਲੇਸ਼ਨ ਲਾ ਹੁੰਦਾ ਜੀ, ਬਿਲਕੁਲ ਸੇਮ ਏਦੀ ਰਾਈਟ ਕੈਂਸਲੇਸ਼ਨ ਲਾ। ਇਹ ਕੀ ਹੋਊਗਾ ਆਪਣੇ ਕੋਲ, A ਨॉन ਜ਼ੀਰੋ ਆ। ਇਹ ਉਵੇਂ ਆ ਜਿਹੜੇ ਸਾਰੇ ਐਲੀਮੈਂਟ ਨੇ A B C ਇਹ ਤਿੰਨੇ ਰਿੰਗ 'ਚ ਹੋਣਗੇ ਜੀ। A ਨॉन ਜ਼ੀਰੋ ਹੈਗਾ, BA = CA ਹੋਵੇ, ਇੱਥੋਂ ਆਪਣੇ ਕੋਲ B = C ਆ ਜਾਵੇ। ਇਹ ਲੈਫਟ ਕੈਂਸਲੇਸ਼ਨ ਲਾ, ਇਹ ਰਾਈਟ ਕੈਂਸਲੇਸ਼ਨ ਲਾ, ਲੈਫਟ ਕੈਂਸਲੇਸ਼ਨ ਲਾ। ਸਮਝ ਕੇ ਕਰੋਗੇ ਜੀ ਤਾਂ ਪ੍ਰੋਪਰ ਸਮਝ ਆਊਗਾ, ਅਦਰਵਾਈਜ਼ ਇਹ ਕਨਫਿਊਜ਼ ਹੋਈ ਜਾਓਗੇ ਜੀ। ਹਜੇ ਤੇ ਕਨਫਿਊਜ਼ਨ ਅੱਗੇ ਥਿਊਰਮ ਦੇ ਵਿੱਚ ਆਊਗੀ, ਉਹ ਕੀ ਆਊਗੀ ਆਪਾਂ ਕਰਦੇ ਹਾਂ। ਦਿੱਤਾ ਕੀ ਹੋਇਆ ਆਪਾਂ ਇਹਦੇ ਵਿੱਚ ਇਕੁਇਵਲੈਂਟ ਕਰਨਾ ਜੀ। ਧਿਆਨ 'ਚ ਇਕੁਇਵਲੈਂਟ ਦਾ ਮਤਲਬ ਕੀ ਹੁੰਦਾ, ਜੇ ਪਹਿਲਾ ਹੋਊਗਾ ਤਾਂ ਦੂਜਾ ਪੱਕਾ ਹੋਊਗਾ, ਜੇ ਦੂਜਾ ਹੋਊਗਾ ਤਾਂ ਪਹਿਲਾ ਪੱਕਾ ਹੋਊਗਾ, ਜੇ ਪਹਿਲਾ ਹੋਊਗਾ ਤਾਂ ਤੀਜਾ ਪੱਕਾ ਹੋਊਗਾ, ਜੇ ਤੀਜਾ ਪੱਕਾ ਹੋਊਗਾ ਤਾਂ ਪਹਿਲਾ ਪੱਕਾ ਹੋਊਗਾ, ਜੇ ਦੂਜਾ ਪੱਕਾ ਹੋਏਗਾ ਤਾਂ ਤੀਸਰਾ ਹੋਊਗਾ ਜੀ, ਜੇ ਤੀਸਰਾ ਹੋਊਗਾ ਤਾਂ ਸੈਕਿੰਡ ਪੱਕਾ ਹੋਊਗਾ। ਇਕੁਇਵਲੈਂਟ ਪਹਿਲਾਂ ਗੱਲ ਕੀਤੀ ਹੋਈ ਆ ਆਪਾਂ ਨੇ। ਇਕੁਇਵਲੈਂਟ ਦਾ ਮਤਲਬ ਕੀ ਹੁੰਦਾ ਕਿ ਕੋਈ ਇੱਕ ਹੋਵੇ ਦੂਜਾ ਪੱਕਾ ਹੋਊਗਾ। ਜੇ ਪਹਿਲਾ ਹੋ ਗਿਆ ਦੂਜਾ ਹੋਊਗਾ, ਦੂਜਾ ਹੋ ਗਿਆ ਪਹਿਲਾ ਹੋ ਗਿਆ, ਜੇ ਪਹਿਲਾ ਤੀਜਾ, ਤੀਜਾ ਪਹਿਲਾ। 1 2 3 4 5 6 ਪਾਰਟ ਕਰਨੇ ਪੈਣਗੇ ਆਪਾਂ ਨੂੰ ਪ੍ਰੂਫ ਵਿੱਚ। ਇਹ ਪਹਿਲਾਂ ਕੀਤਾ ਹੋਇਆ ਜੀ ਆਪਾਂ। 6 ਪਾਰਟ ਕਰਨ ਦੀ ਬਜਾਏ ਜੇ ਆਪਾਂ ਪਹਿਲੇ ਤੋਂ ਦੂਜਾ ਪ੍ਰੂਵ ਕਰ ਦਈਏ, ਦੂਜੇ ਤੋਂ ਪਹਿਲਾਂ ਪ੍ਰੂਵ ਕਰ ਦਈਏ, ਪਹਿਲੇ ਤੋਂ ਤੀਜਾ ਪ੍ਰੂਵ ਕਰ ਦਈਏ ਜਾਂ ਤੀਜੇ ਤੋਂ ਪਹਿਲਾ ਪ੍ਰੂਵ ਕਰ ਦਈਏ, ਇਹ ਸਾਰੇ ਨਹੀਂ ਹੋ ਗਏ। ਮਤਲਬ ਸਿਰਫ ਆ ਕਰ ਦਿਆ, ਦੋ ਲੋਡ ਨਹੀਂ ਕਰਨ ਦੀ। ਕਿਉਂ? ਮੰਨ ਲਓ ਆ 4 ਪਾਰਟ ਪ੍ਰੂਵ ਕਰਤੇ ਆਪਾਂ ਨੇ। ਦੂਜਾ ਮੰਨ ਲਓ ਦੂਜੇ ਤੀਜਾ ਕਿਵੇਂ ਹੋਊਗਾ? ਜੇ ਦੂਜਾ ਹੈ ਤਾਂ ਪਹਿਲਾ ਹੋਊਗਾ, ਜੇ ਪਹਿਲਾ ਹੈ ਤੀਜਾ ਹੋਊਗਾ, ਤਾਂ ਦੂਜਾ ਤੀਜਾ ਸਿੱਧਾ ਕਹਿ ਸਕਦੇ, ਲੋੜ ਨਹੀਂ ਕਰਨ ਦੀ। ਤੀਜਾ, ਜੇ ਤੀਜਾ ਹੋ ਗਿਆ ਤਾਂ ਪਹਿਲਾ ਪੱਕਾ ਹੋਊਗਾ, ਪ੍ਰੂਵ ਕਰਤਾ। ਪਹਿਲੇ ਦੂਜਾ ਪੱਕਾ ਹੋਊਗਾ, ਤੀਜੇ ਤੋਂ ਦੂਜਾ ਪੱਕਾ ਹੋ ਜਾਏਗਾ। ਇਸ ਕਰਕੇ ਆ ਦੋ ਲੋੜ ਹੀ ਨਹੀਂ ਕਰਨ ਦੀ ਆਪਾਂ। ਤਾਂ ਆ ਪ੍ਰੂਵ ਕਰ ਰਹੇ ਆਪਾਂ ਇਹਦੇ ਵਿੱਚ। ਉਹ ਦੇਖੋ ਇੱਕ ਪਾਰਟ ਪ੍ਰੂਵ ਕਰਾਂਗੇ, ਆ 2 ਪਾਰਟ ਹੀ ਪ੍ਰੂਵ ਹੋਣਗੇ, ਆ 2 ਆਪਾਂ ਸਿਮਿਲਰਲੀ ਕਰਾਂਗੇ, ਬਿਲਕੁਲ ਸੇਮ ਇਹਦੇ ਵਾਂਗੂ ਹੀ ਨੇ ਪਾਰਟ। ਇਹ ਥਿਊਰਮ ਧਿਆਨ ਨਾਲ ਦੇਖ ਲਿਓ, ਕਿਉਂਕਿ ਇਹਦੇ ਚੋਂ ਤੁਹਾਨੂੰ ਇੱਕ ਤਾਂ ਲੈਫਟ ਕੈਂਸਲੇਸ਼ਨ ਲਾ ਬਾਰੇ, ਰਾਈਟ ਕੈਂਸਲੇਸ਼ਨ ਬਾਰੇ ਪ੍ਰੋਪਰ ਕਲੀਅਰ ਹੋ ਜਾਊਗਾ ਥਿਊਰਮ ਦੇ ਵਿੱਚ, ਇੱਕ ਜ਼ੀਰੋ ਡਿਵਾਈਜ਼ਰ ਬਾਰੇ ਕਲੀਅਰ ਹੋ ਜਾਊਗਾ। ਦਿੱਤਾ ਕੀ ਹੋਇਆ ਆਪਾਂ ਨੂੰ ਪਹਿਲਾਂ, R has no zero divisor, R ਦਾ ਕੋਈ ਵੀ ਜ਼ੀਰੋ ਡਿਵਾਈਜ਼ਰ ਨਹੀਂ ਹੈਗਾ। ਪਹਿਲਾਂ ਫਸਟ ਮੰਨ ਕੇ ਸੈਕਿੰਡ ਪ੍ਰੂਵ ਕਰ ਰਹੇ ਹਾਂ। We are given that R has no zero divisor। ਹੁਣ ਇਹਦਾ ਮਤਲਬ ਕੀ ਬਣਿਆ? ਮਤਲਬ A ਨੂੰ ਕਿਸੇ ਵੀ ਨॉन ਜ਼ੀਰੋ ਨੰਬਰ ਨਾਲ ਮਲਟੀਪਲਾਈ ਕਰ ਲਵੋ, ਉਹ ਹੈਗਾ ਆਪਣੇ ਕੋਲ ਜ਼ੀਰੋ ਨਹੀਂ ਹੈਗਾ। R has no, ਇੱਥੇ ਪ੍ਰੋਪਰ ਆਊਗਾ ਵਰਡ, ਸਟੇਟਮੈਂਟ ਫਿਰ ਦੇਖ ਲਿਓ। R has no proper zero divisor। ਇਹ ਸਟੇਟਮੈਂਟ ਠੀਕ ਕਰ ਲਿਓ ਜਿਹੜੀ ਬੋਲੀ ਹੈਗੀ ਕਿ R ਵਿੱਚ ਕੋਈ ਵੀ ਆਪਣੇ ਕੋਲ ਜ਼ੀਰੋ ਡਿਵਾਈਜ਼ਰ ਨਹੀਂ ਹੈਗਾ, ਪ੍ਰੋਪਰ ਜ਼ੀਰੋ ਡਿਵਾਈਜ਼ਰ ਨਹੀਂ ਹੈਗਾ। ਸੋ ਦੇਖੋ ਹੁਣ ਇਹ 'ਚ ਲੈਫਟ ਕੈਂਸਲੇਸ਼ਨ ਲਾ ਹੋਲਡ ਕਰਾਉਣਾ ਆਪਾਂ ਨੇ, ਤਾਂ ਲੈਟ ਕੀ ਕਰਾਂਗੇ ਆਪਾਂ, A B C 3 R 'ਚ ਮੰਨ ਲਏ। ਦਿਸ ਇੰਪਲਾਈਜ਼ ਪਹਿਲਾਂ ਲੈਟ ਕੀਤਾ A ਨॉन ਜ਼ੀਰੋ ਹੈਗਾ ਤੇ AB = AC। ਇਹ ਤਾਂ ਅੰਡਰਸਟੂਡ ਹੈ ਜੀ। ਇਹ ਮੰਨ ਕੇ ਇੱਥੋਂ B = C ਸ਼ੋ ਕਰਾਂਗੇ, ਫਿਰ ਕੀ ਬਣ ਜਾਊਗਾ ਆਪਣੇ ਕੋਲ, ਲੈਫਟ ਕੈਂਸਲੇਸ਼ਨ ਨਾਲ ਹੋਲਡ ਕਰ ਦੇਗਾ। ਇਹ A ਨॉन ਜ਼ੀਰੋ ਮੰਨਣਾ ਆਪਾਂ ਨਾਲ। ਸੋ ਦੇਖੋ ਇਸ ਤੋਂ ਬਾਅਦ ਕੀ ਕੀਤਾ ਆਪਾਂ ਨੇ, ਇਹਨੂੰ AB - AC ਇੱਕ ਪਾਸੇ ਲਿਆਂਦਾ,
ਇਹਨੂੰ ਟਰਮ ਚੱਕ ਕੇ ਆਪ ਇੱਧਰਲੇ ਪਲੱਸ ਦੀ ਮਾਈਨਸ ਹੋ ਜਾਏਗੀ ਜੀ, ਆ ਮਾਈਨਸ ਹੋ ਜਾਏਗੀ। ਇਹ ਗਲਤ ਆ ਜੀ, ਜਿਹੜਾ ਮੈਂ ਬੋਲਿਆ ਨਾ ਕਿ ਆਪਾਂ ਨੂੰ ਚੱਕ ਕੇ ਇੱਧਰ ਲਿਆਂਦਾ ਇਹ ਮਾਈਨਸ ਹੋ ਗਿਆ, ਆਹ ਚੀਜ਼ ਨਹੀਂ ਹੈਗੀ ਇਹਦੇ ਵਿੱਚ ਜੀ। ਜੇ ax ਇਕੁਅਲ ਟੂ b ਹੋਵੇ ਤਾਂ x ਇਕੁਅਲ ਟੂ a ਇਨਵਰਸ b। ਇਹ ਗਰੁੱਪ 'ਚ ਕਿਵੇਂ ਸਮਝਾਓਗੇ? ਗਰੁੱਪ 'ਚ ਐਂ ਸਮਝਾਵਾਂਗੇ ਆਪਾਂ ਕਿ a ਚੱਕ ਕੇ ਨੀਚੇ ਲੈ ਗਏ ਤੇ 1/a ਕੀ ਹੁੰਦਾ, a ਇਨਵਰਸ ਹੁੰਦਾ। ਇਹਨੂੰ ਕਹਾਂ ਇਦਾਂ ਕਹਾਂਗੇ ਗਰੁੱਪ ਦੇ ਵਿੱਚ ਆਪਾਂ। ਫਿਰ ਇਹ ਕਿਵੇਂ ਹੋਇਆ ਜੀ ਕਿ a ਇਨਵਰਸ ਨਾਲ ਪ੍ਰੀ ਮਲਟੀਪਲਾਈ ਹੋਇਆ, a ਇਨਵਰਸ a ਜੋ ਹੈ, a ਇਨਵਰਸ a ਜੋ ਹੈ ਉਹਨੂੰ ਆਪਾਂ e ਕਹਿਤਾ, e ਇੰਟੂ x ਕੀਤਾ, x ਬਣ ਗਿਆ, ਤਾਂ ਉਹ ਇਕੱਲਾ x ਬਚਿਆ। ਸਿੱਧਾ ਇਹ ਗੱਲ ਆਪਾਂ ਸਿੱਧੀ ਕਹਿ ਸਕਦੇ ਹਾਂ, ਪਰ ਇਹ 'ਚ 2-3 ਸਟੈਪ ਵਿੱਚੋਂ ਛੱਡੇ ਹੋਏ ਨੇ ਆਪਾਂ ਨੇ। ਉਹ ਮੇਰੇ ਵਿੱਚ ਆ, ਇਹਦੇ 'ਚ ਕੀ ਹੋ ਰਿਹਾ, ਦੋਨੇ ਪਾਸੇ ਆਪਾਂ AC ਦੇ ਇਨਵਰਸ ਨਾਲ ਐਡੀਟਿਵ ਇਨਵਰਸ ਨਾਲ ਮਲਟੀਪਲਾਈ ਐਡ ਕੀਤਾ। ਕਿਸੇ ਨੰਬਰ 'ਚ ਇਨਵਰਸ ਜੋੜਾਂਗੇ ਤਾਂ ਆਇਡੈਂਟਿਟੀ ਬਣੂਗੀ ਐਡੀਸ਼ਨ ਵਾਲੀ, ਤੇ ਪਲੱਸ ਮਾਈਨਸ ਸਿੰਬਲ ਆਪਾਂ ਇਹ ਮਾਈਨਸ ਮੰਨਿਆ ਹੋਇਆ। ਇਹ ਮਾਈਨਸ ਜੋ ਪਲੱਸ ਮਾਈਨਸ ਲਿਆ ਹੋਇਆ ਆਪਾਂ ਨੇ, ਇਹ ਆ ਹੋ ਗਿਆ। ਇਹ ਇਦਾਂ ਹੋਇਆ ਜੀ, ਇਦਾਂ ਨਹੀਂ ਕਿ ਇਹਨੂੰ ਚੱਕ ਕੇ ਇੱਧਰ ਲਿਆਂਦਾ ਮਾਈਨਸ ਹੋ ਗਿਆ। ਇਹ ਗੱਲਾਂ ਸਾਰੀਆਂ ਸਮਝ ਕੇ ਚਲਾਉਣੀਆਂ ਨਾਲ ਨਾਲ ਹੀ। ਇਹ ਚੋਂ ਕਾਮਨ ਕੱਢ ਲਿਆ, ਕਰ ਸਕਦੇ ਕਾਮਨ, ਇਹ ਕਾਮਨ ਨਹੀਂ ਕੱਢਿਆ ਜੀ। ਇਹ ਡਿਸਟ੍ਰੀਬਿਊਟਿਵ ਲਾ। ਹੁਣ ਕਹੋਗੇ ਮਾਈਨਸ ਵਾਸਤੇ ਡਿਸਟ੍ਰੀਬਿਊਟਿਵ ਲਾ ਤਾਂ ਕੀਤਾ ਹੀ ਨਹੀਂ ਆਪਾਂ ਨੇ, ਆਪਾਂ ਤਾਂ ਪਲੱਸ ਵਾਸਤੇ ਕੀਤਾ ਡਿਸਟ੍ਰੀਬਿਊਟਿਵ ਲਾ, ਪਲੱਸ ਵਾਸਤੇ ਕੀਤਾ ਹੈ ਤਾਂ ਮਾਈਨਸ ਆ ਰਿਹਾ, ਡਿਸਟ੍ਰੀਬਿਊਟਿਵ ਲਾ ਕਿਵੇਂ ਕਹਤਾ ਆਪਾਂ ਨੇ। ਜਿਸ ਤੁਹਾਡੇ ਦਿਮਾਗ 'ਚ ਇਹ ਗੱਲ ਆ ਰਹੀ ਹੈ, ਫਿਰ ਤੁਸੀਂ ਇਦਾਂ ਜੇ ਮੈਂ ਕਹਾਂ ਕਿ ਇਹਦੇ 'ਚ ਡਿਸਟ੍ਰੀਬਿਊਟਿਵ ਲਾ ਸਕਦੇ ਆਪਾਂ, ਡਿਸਟ੍ਰੀਬਿਊਟਿਵ ਲਾ ਇਹ ਲਗਾ ਸਕਦੇ ਆਪਾਂ। ਜੇ ਮੰਨ ਲਓ ਡਿਸਟ੍ਰੀਬਿਊਟਿਵ ਲਾ ਦਿੱਤਾ ਹੋਇਆ ਆਪਾਂ ਨੂੰ, AEF ਉੱਪਰ ਡਿਸਟ੍ਰੀਬਿਊਟਿਵ ਲਾ ਆਪਾਂ ਲਗਾ ਸਕਦੇ ਹਾਂ। ਜੇ ਮੈਂ ਕਹਾਂ ਕਿ ਡਿਸਟ੍ਰੀਬਿਊਟਿਵ ਲਾ ਤਾਂ ABC ਵਾਸਤੇ ਹੁੰਦਾ, ਆਪਾਂ AEF ਉੱਪਰ ਕਿਉਂ ਲਾਤਾ? ਤਾਂ ਇਹ ਸਮਝਣ ਵਾਲੀ ਗੱਲ ਆ ਕਿ ਇਹ ਜਸਟ ਨੰਬਰ ਨੇ, ਸਮਝਾਉਣ ਵਾਸਤੇ ਸਹੀ ਕੋਈ ਵੀ ਨੰਬਰ ਲੈ ਲਵੋ, ਇਦਾਂ ਆਪਾਂ ਡਿਸਟ੍ਰੀਬਿਊਟ ਕਰ ਸਕਦੇ ਹਾਂ। ਹੁਣ ਕਹੋਗੇ ਕਿ ਮਾਈਨਸ ਕਿਉਂ? ਜੇ ਗੱਲ ਸਮਝ ਆ ਜਾਵੇ, ਇਹ ਮਾਈਨਸ ਦਾ ਮਤਲਬ ਇਹ ਆ, ਮਤਲਬ ਜੇ ਤੁਹਾਡੇ ਕੋਲ ਹੋਵੇ a ਮਾਈਨਸ ਇਦਾਂ ਹੋਵੇ, ਇਹ ਮਾਈਨਸ ਦਾ ਮਤਲਬ ਕੀ ਹੈ ਕਿ ਆਪਾਂ b ਦੇ ਵਿੱਚ c ਦਾ ਇਨਵਰਸ ਜੋੜ ਰਹੇ ਹਾਂ, ਹੈ ਤਾਂ ਐਡੀਸ਼ਨ ਹੀ ਆ, ਇਸ ਕਰਕੇ ਆਪਾਂ ਡਿਸਟ੍ਰੀਬਿਊਟ ਇਹਨੂੰ ਕਰ ਸਕਦੇ ਹਾਂ। ਇਹ ਡਿਸਟ੍ਰੀਬਿਊਟਿਵ ਲਾ ਹੈਗਾ ਜੀ, ਜੇ ਡਿਸਟ੍ਰੀਬਿਊਟ ਕਰ ਸਕਦੇ ਹਾਂ ਤਾਂ ਬਾਹਰ ਵੀ ਕੱਢ ਸਕਦੇ ਹਾਂ ਆਪਾਂ। ਹੁਣ ਦੇਖੋ ਜਿਹੜੀ ਗੱਲ ਸਮਝਣੀ ਹੈ, ਦੋ ਨੰਬਰ ਨੇ AB ਇਕੁਅਲ ਟੂ 0 ਆ ਗਿਆ, B ਚਲੋ A ਕਹਿ ਦਈਏ ਆਪਾਂ, A ਨॉन 0 ਆ, ਤਾਂ B ਬਾਰੇ ਕੀ ਕਹਾਂਗੇ? B ਜੋ ਹੈ ਉਹ 0 ਦਾ ਰਾਈਟ ਡਿਵਾਈਜ਼ਰ ਆ, ਰਾਈਟ ਤੇ ਆ ਰਿਹਾ B। ਰਾਈਟ ਡਿਵਾਈਜ਼ਰ ਕਿਹੜਾ ਹੁੰਦਾ? ਨੰਬਰ ਬਾਰੇ ਕੁਝ ਨਹੀਂ ਪਤਾ, ਨੰਬਰ ਇਹ ਜੋ ਮਰਜ਼ੀ ਹੋਵੇ, ਪਰ ਜੇ ਇਹਨੂੰ ਆਪਾਂ ਨॉन 0 ਨਾਲ ਮਲਟੀਪਲਾਈ ਕਰੀਏ, ਆਂਸਰ 0 ਆ ਜਾਵੇ, ਤਾਂ ਇਹਨੂੰ ਕਹਾਂਗੇ ਇਹ ਰਾਈਟ 0 ਡਿਵਾਈਜ਼ਰ। ਜੇ ਦੋਨੇ ਗੱਲਾਂ ਹੋਣ ਤਾਂ 0 ਡਿਵਾਈਜ਼ਰ ਕਹਿੰਦੇ। ਹੁਣ ਇਹ ਰਿੰਗ ਕੀ ਆ? ਰਿੰਗ ਹੈਜ਼ ਨੋ ਪ੍ਰੋਪਰ 0 ਡਿਵਾਈਜ਼ਰ, ਇਹ 'ਚ ਕੋਈ ਵੀ ਪ੍ਰੋਪਰ 0 ਡਿਵਾਈਜ਼ਰ ਨਹੀਂ ਹੈਗਾ। ਹੁਣ ਪ੍ਰੋਪਰ ਕਿਹੜਾ ਹੁੰਦਾ ਕਿ ਨॉन 0 ਨੂੰ ਜੇ ਆਪਾਂ ਨॉन 0 ਨਾਲ ਮਲਟੀਪਲਾਈ ਕਰੀਏ ਫਿਰ 0 ਆ ਜਾਏ ਆਂਸਰ, ਮਤਲਬ B ਵੀ ਪੱਕਾ ਨॉन 0 ਹੋਵੇ। ਹੁਣ ਧਿਆਨ ਦਿਓ, ਹੇਅਰ A ਪੱਕਾ ਨॉन 0 ਦਿੱਤਾ ਹੋਇਆ ਆਪਾਂ ਨੂੰ, ਆਹ ਦੋ ਨੰਬਰ ਮਲਟੀਪਲਾਈ ਹੋ ਰਹੇ ਨੇ, ਆ ਵੀ ਤਾਂ ਇੱਕ ਨੰਬਰ ਹੀ ਆਊਗਾ ਪਲੱਸ ਮਾਈਨਸ ਕਰਕੇ। ਜੇ ਦੋ ਨੰਬਰ ਮਲਟੀਪਲਾਈ ਕਰਕੇ 0 ਆ ਰਿਹਾ ਆਂਸਰ, ਇਹ ਨॉन 0 ਆ, ਤਾਂ B ਮਾਈਨਸ C ਨੂੰ ਕੀ ਕਹਾਂਗੇ? 0 ਡਿਵਾਈਜ਼ਰ ਕਹਾਂਗੇ। ਇਹ ਨੰਬਰ ਜੋ ਹੈ ਇਹ 0 ਡਿਵਾਈਜ਼ਰ ਆ। ਜਿਵੇਂ ਉਰੇ ਕਿਹਾ ਆਪਾਂ B ਨੂੰ ਕੀ ਕਹਾਂਗੇ? 0 ਡਿਵਾਈਜ਼ਰ ਕਹਾਂਗੇ। ਉਰੇ ਆਹ ਨੰਬਰ ਨੂੰ ਆਪਾਂ 0 ਡਿਵਾਈਜ਼ਰ ਕਹਾਂਗੇ। ਹੁਣ ਪ੍ਰੋਪਰ 0 ਡਿਵਾਈਜ਼ਰ ਨਹੀਂ ਹੈ ਕੋਈ। ਪ੍ਰੋਪਰ 0 ਡਿਵਾਈਜ਼ਰ ਮਤਲਬ ਕੀ ਗੱਲ ਕਰ ਰਹੇ ਹਾਂ ਕਿ 0 ਡਿਵਾਈਜ਼ਰ ਪਤਾ ਲੱਗ ਗਿਆ ਕਿ ਜੇ ਇਹ ਨੰਬਰ A ਜੋ ਹੈ ਇਹ ਨॉन 0 ਹੈ ਤਾਂ ਇਹ 0 ਡਿਵਾਈਜ਼ਰ ਆ, ਇਹ ਤਾਂ ਲੱਗ ਗਿਆ ਪਤਾ। ਹੁਣ B ਜੋ ਮਰਜ਼ੀ ਹੋ ਸਕਦਾ, ਇਹਦੇ ਉੱਪਰ ਕੰਡੀਸ਼ਨ ਨਹੀਂ ਹੈਗੀ। 0 ਡਿਵਾਈਜ਼ਰ ਵਾਸਤੇ ਕੋਈ ਕੰਡੀਸ਼ਨ ਨਹੀਂ ਹੈਗੀ। ਇਹ ਨॉन 0 ਵੀ ਆ ਸਕਦਾ, 0 ਵੀ ਆ ਸਕਦਾ। ਜੇ 0 ਹੋਊਗਾ ਉਹ ਅੰਡਰਸਟੂਡ ਹੈ ਕਿ ਇਹ ਤਾਂ ਪੱਕਾ 0 ਬਣਾਓਗਾ ਹੀ ਬਣਾਓਗਾ। ਜੇ B ਨॉन 0 ਹੋਵੇ, ਇਹ ਨॉन 0 ਹੋਵੇ ਤਾਂ ਇਹਨੂੰ ਕੀ ਕਿਹਾ ਆਪਾਂ ਨੇ? ਪ੍ਰੋਪਰ 0 ਡਿਵਾਈਜ਼ਰ। ਇਹ ਪ੍ਰੋਪਰ 0 ਡਿਵਾਈਜ਼ਰ ਬਣ ਜਾਏਗਾ। ਪਰ ਪ੍ਰੋਪਰ ਤਾਂ ਹੈ ਹੀ ਨਹੀਂ ਕੋਈ ਇਹਦੇ ਵਿੱਚ। ਜੇ ਪ੍ਰੋਪਰ ਹੈ ਹੀ ਨਹੀਂ ਤਾਂ ਆਹ ਚੀਜ਼ ਕਦੇ 0 ਬਣ ਨਹੀਂ ਸਕਦੀ, ਕਿਉਂਕਿ ਨॉन 0 ਨਹੀਂ ਹੋ ਸਕਦੀ, ਕਿਉਂਕਿ ਨॉन 0 into नॉन 0 ਕਰਾਂਗੇ ਫਿਰ ਇਹ ਪ੍ਰੋਪਰ 0 ਡਿਵਾਈਜ਼ਰ ਬਣ ਜਾਏਗਾ।
ਪ੍ਰੋਪਰ ਜ਼ੀਰੋ ਡਿਵਾਈਜ਼ਰ ਤਾਂ ਹੈ ਹੀ ਨਹੀਂ ਆਰ ਵਿੱਚ, ਇਸ ਕਰਕੇ ਸਿੰਸ R has no proper zero divisor, therefore B minus E पक्का zero होना चाहिए। दोबारा देख लो, ये नंबर बारे कुछ कन्फर्म नहीं कि नंबर की आऊगा, पर नंबर दो केस बन गए, जां ये जीरो होगा या नॉन जीरो, दो ही केस बन गए। कोई भी नंबर लवांगे, जां आइडेंटिटी होगा जां नॉन आइडेंटिटी होगा। जे ये आइडेंटिटी एलीमेंट है, नॉन आइडेंटिटी है मतलब जे जीरो नहीं हैगी, फिर मतलब की बन गया ये भी नॉन जीरो आ, ये भी नॉन जीरो आ, प्रोडक्ट जीरो आ गई, तो इनू एदा जीरो डिवाइजर कहांगे, इनू P माइनस E नू जीरो डिवाइजर कहांगे, चाहे A नू जीरो डिवाइजर का, दोनों जो मर्जी कह सकते हैं। पर R विच कोई जीरो डिवाइजर आ नहीं रहा, जबकि जीरो डिवाइजर बनाते आप, इस करके फिर ये R हैज नो प्रॉपर जीरो डिवाइजर, इस करके पक्का की होगा जीरो होगा। C ਨਾਲ ਆਪਾਂ ਦੋਨੇ ਪਾਸੇ ਐਡ ਕਰਤਾ, ਇਹ B ਇਕੁਅਲ ਟੂ C ਹੋ ਗਿਆ, ਦੋਨੇ ਪਾਸੇ ਆਪਾਂ C ਨਾਲ ਐਡ ਕਰਤਾ। ਹੁਣ ਇੱਥੇ ਕਨਫਿਊਜ਼ਨ ਸਟਾਰਟ ਕਿਵੇਂ ਹੋਊਗੀ, ਜਿਹਦਾ ਚਲੋ ਲੈਫਟ ਕੈਂਸਲੇਸ਼ਨ ਲਾ ਆਪਾਂ ਹੋਲਡ ਕਰਵਾਤਾ। ਹੁਣ ਜਿਹੜੇ ਬੱਚੇ ਰੱਟਾ ਮਾਰ ਰਹੇ ਹੈਗੇ ਨੇ ਉਹ ਇਦਾਂ ਕਰਨਗੇ ਥਿਊਰਮ ਪੇਪਰ ਵਿੱਚ ਕਿ AB ਇਕੁਅਲ ਟੂ AC, A ਇਨਵਰਸ ਨਾਲ ਪ੍ਰੀ ਮਲਟੀਪਲਾਈ ਕਰਤਾ ਜੀ, ਇਹ ਇਕੱਠਾ ਕਰ ਲਿਆ, ਇਹ ਆ। ਹੁਣ ਜਿਹੜੇ ਬੱਚੇ ਪੜ੍ਹ ਰਹੇ ਨੇ, ਜਿਨ੍ਹਾਂ ਨੂੰ ਕੁਝ ਟੌਪਿਕ ਸਮਝ ਆਇਆ ਰਿੰਗ ਬਾਰੇ, ਕਿ ਉਹਨਾਂ ਨੂੰ ਸਮਝ ਆ ਰਿਹਾ ਹੈ ਕਿ ਇਹਦੇ ਵਿੱਚ ਗਲਤੀ ਕੀ ਹੈ। ਇਹ ਵੀ ਲੈਫਟ ਕੈਂਸਲ ਗਰੁੱਪ 'ਚ ਆਪਾਂ ਲੈਫਟ ਕੈਂਸਲੇਸ਼ਨ ਇਦਾਂ ਹੋਲਡ ਕਰਵਾਇਆ ਸੀ, ਇਹ 'ਚ ਗਲਤੀ ਕੀ ਲੱਗ ਰਹੀ, ਜੇ ਤੁਹਾਨੂੰ ਗਲਤੀ ਲੱਗ ਰਹੀ ਹੈ ਪਤਾ ਕਿ ਇਹ 'ਚ ਗਲਤੀ ਆ, ਜੇ ਤੁਹਾਨੂੰ ਗਲਤੀ ਸਮਝ ਆ ਰਹੀ ਆ ਤਾਂ ਤੁਸੀਂ ਮੰਨ ਸਕਦੇ ਹੋ ਕਿ ਤੁਹਾਡਾ ਹੁਣ ਤੱਕ ਕਨਸੈਪਟ ਕੁਝ ਕਲੀਅਰ ਹੋ ਰਿਹਾ। ਅਦਰਵਾਈਜ਼ ਜਿਹੜੇ ਬੱਚੇ ਰੱਟਾ ਮਾਰ ਰਹੇ ਹੈਗੇ ਨੇ ਉੱਥੇ ਇਹ ਪ੍ਰੋਬਲਮ ਆਉਣੀ ਆ। ਆਪਾਂ ਅੱਗੇ ਵੀ ਕੁਐਸਚਨ ਥਿਊਰਮਾਂ ਕਰਾਂਗੇ, ਅੱਗੇ ਕਈ ਥਾਂ ਤੇ ਆਪਾਂ ਆਹ ਕਨਸੈਪਟ ਵੀ ਯੂਜ਼ ਕਰਾਂਗੇ, ਪਰ ਇਹ 'ਚ ਨਹੀਂ ਯੂਜ਼ ਕਰ ਸਕਦੇ ਕਨਸੈਪਟ। ਕਿਉਂ? ਮੈਂ ਦੱਸ ਦੇਣਾ ਆਂਸਰ ਕੀ ਹੈ। ਇਨਵਰਸ ਗਰੁੱਪ ਤਾਂ ਇਨਵਰਸ ਐਗਜ਼ਿਸਟ ਕਰਦਾ ਹੁੰਦਾ ਬਿਕੋਜ਼ ਇਹ ਅੰਡਰ ਮਲਟੀਪਲੀਕੇਸ਼ਨ ਲਿਆ ਸੀ ਗਰੁੱਪ ਆਪਾਂ ਨੇ, कि अंडर मल्टीप्लिकेशन आर ग्रुप आ, कि अंडर मल्टीप्लिकेशन इनवर्स एग्जिस्ट करता हुंदा नहीं, क्योंकि अंडर मल्टीप्लिकेशन से दो प्रॉपर्टियां इहदे विच किहड़ियां क्लोजर प्रॉपर्टी, एसोसिएटिव। इनवर्स ते आइडेंटिटी नहीं हैगी इहदे विच, तां इनवर्स की गल नहीं कर सकदे, ऐ नहीं कि इनवर्स ले लओगे दोनों पासे, इदां ही करना पैना। चलो ये फर्स्ट तो सैकेंड आया, आपां हुण तुसीं आप देख सकदे हो, ये तुसीं आप प्रूव कर लियो कि फस्ट तो आप थर्ड प्रूव कर सकते हैं, वो कर लियो अपने आप। मतलब कि जे प्रॉपर जीरो डिवाइजर नहीं है तो राइट कैंसलेशन ला होल्ड करेगा, ये करेगा, तुसीं आप चेक कर लियो। ये वांगू ही है, बस वो बी ए राइट ते आ जाऊगा जी, सारा इदां ही प्रोसैस। तो फस्ट तो थर्ड थोड़ा अपने आप हो जाएगा। हुण अगे कर रहे हैं आप इस तो बाद आर जो है मतलब लैफ्ट कैंसलेशन ला होल्ड कर रहे हैं, सैकेंड तो थर्ड जाना अपन, सैकेंड मान के फस्ट, सॉरी सैकेंड तो फस्ट जाना। वी आर गिवन दैट, सीधे लिख देना, ये प्रूव करना, वी आर टू प्रूव दैट आर हैज नो प्रॉपर जीरो डिवाइजर। लैफ्ट कैंसलेशन ला होल्ड दिता है आपको, ये कॉन्ट्रडिक्शन मैथ में करांगे जी। आप कॉन्ट्रडिक्शन मैथ में किवें होगा वो चेक कर लो। इफ पॉसिबल suppose that R has proper zero divisor, कि मान लो R दे विच proper zero divisor आ रहा, say A belongs to R, A non zero, वो एलिमेंट आप प्रॉपर जीरो डिवाइजर जो है वो A मान लिया, ये प्रॉपर जीरो डिवाइजर पक्का फिर नॉन जीरो होगा जे प्रॉपर जीरो डिवाइजर।
since A is proper zero divisor, ਤਾਂ ਇਹ ਡੈਫੀਨੇਸ਼ਨ ਕੀ ਹੁੰਦੀ ਹੈ, there exist B, ਇੱਦਾਂ ਪਾ ਲਓ। ਇੱਕ ਤਾਂ ਤਰੀਕਾ ਆਹ ਦੇਖੋ, B belongs to R, B not equal to 0, B R ਦੇ ਵਿੱਚ ਵੀ ਆ, B ਨॉन ਜ਼ੀਰੋ ਵੀ ਹੈਗਾ। ਇੱਕ ਤਰੀਕਾ ਮੈਂ ਹੋਰ ਪਾ ਰਿਹਾ, ਦੇਖੋ ਉਹ ਗੱਲ ਸਮਝ ਆ ਰਹੀ ਹੈ। ਇਹਨੂੰ ਇਹਦੀ ਥਾਂ ਤੇ ਮੈਂ ਇੱਦਾਂ ਪਾ ਦੇਵਾਂ, ਉਹੋ ਜਿਹਾ ਜਿੰਨਾ ਦਿਮਾਗ ਲਗਾਓਗੇ ਉਹਨਾਂ ਇੰਪਰੈਸ਼ਨ ਚੰਗਾ ਵੀ ਪੈਂਦਾ ਜਿਹੜਾ ਪੇਪਰ ਚੈੱਕ ਕਰਦਾ ਹੁੰਦਾ। ਦੋਨੇ ਗੱਲਾਂ ਸ਼ੋਅ ਹੋ ਰਹੀਆਂ, B ਨॉन ਜ਼ੀਰੋ ਵੀ ਸ਼ੋਅ ਹੋ ਰਿਹਾ ਤੇ B R ਵਿੱਚ ਵੀ ਸ਼ੋਅ ਹੋ ਰਿਹਾ, ਇਹ ਇਕੱਠੀ ਸ਼ੋਅ ਹੋ ਰਿਹਾ ਦੋਨਾਂ ਵਿੱਚ। ਇਹ ਅਲੱਗ-ਅਲੱਗ ਸ਼ੋਅ ਕੀਤਾ, ਇਕੱਠਾ ਵੀ ਸ਼ੋਅ ਕਰ ਸਕਦੇ, ਸੱਚ ਦੈਟ AB equal to 0 ਜਾਂ BA ਕਹਿ ਲਓ। ਦੋਨੇ ਗੱਲਾਂ ਨੇ, AB ਵੀ 0 ਹੋਊਗਾ, BA ਵੀ 0 ਹੋਊਗਾ। ਮੈਂ BA ਕਿਉਂ ਲਿਆ ਉਹ ਲੱਗ ਜਾਊ ਪਤਾ ਜੀ, ਦੋਨੇ 0 ਹੋਣਗੇ। BA ਕਿਉਂ ਲਿਆ ਲੱਗ ਜਾਏਗਾ ਪਤਾ। ਹੁਣ ਆਪਾਂ ਨੇ ਸ਼ੋਅ ਕਰਨਾ ਹੈਗਾ ਕਿ ਇਹ ਕੌਂਟਰਡਿਕਸ਼ਨ ਹੋ ਗਈ। ਜੇ ਕੌਂਟਰਡਿਕਸ਼ਨ ਹੋ ਗਈ ਫਿਰ ਆਪਾਂ ਕਹਾਂਗੇ ਜੋ ਆਪਾਂ ਮੰਨਿਆ ਉਹ ਗਲਤ ਹੋ ਗਿਆ, ਇਹਦਾ ਮਤਲਬ ਕਿ R ਵਿੱਚ ਕੋਈ ਵੀ ਪ੍ਰੋਪਰ ਜ਼ੀਰੋ ਡਿਵਾਈਜ਼ਰ ਨਹੀਂ ਹੋਊਗਾ। ਚਲੋ ਇਹਨੂੰ ਲਿਖ ਸਕਦੇ ਹਾਂ ਆਪਾਂ, therefore BA equal to B into BA equal to 0, 0 ਨੂੰ ਲਿਖ ਸਕਦੇ ਹਾਂ B into 0, this implies BA equal to B into 0 ਆ ਗਿਆ। ਇਹ ਹੁਣੀ ਕੀਤਾ, 0 into something ਕਰਾਂਗੇ 0 ਆਏਗਾ, ਆ ਗਿਆ। ਦੇਖੋ ਧਿਆਨ ਨਾਲ, B ਨॉन ਜ਼ੀਰੋ ਨਹੀਂ ਹੈਗਾ। ਨॉन ਜ਼ੀਰੋ ਹੋਵੇ, ਜਿਹੜਾ ਨੰਬਰ ਨॉन ਜ਼ੀਰੋ ਹੈਗਾ ਉਹ ਕੈਂਸਲ ਕਰ ਸਕਦੇ ਆਪਾਂ ਲੈਫਟ ਤੋਂ, ਬਿਕੋਜ਼ ਲੈਫਟ ਕੈਂਸਲੇਸ਼ਨ ਲਾ 'ਚ ਹੋਲਡ ਕਰ ਰਿਹਾ। ਤਾਂ therefore ਇੱਥੋਂ ਦਾ A equal to 0 ਆ ਗਿਆ ਬਾਏ ਲੈਫਟ ਕੈਂਸਲੇਸ਼ਨ ਲਾ। ਹੁਣ ਸਮਝ ਆ ਗਿਆ ਨਾ BA ਕਿਉਂ ਲਿਆ, ਬਿਕੋਜ਼ ਲੈਫਟ ਕੈਂਸਲੇਸ਼ਨ ਲਾ ਗਿਵਨ ਸੀ ਆਪਾਂ ਨੂੰ। ਜੇ ਰਾਈਟ ਕੈਂਸਲੇਸ਼ਨ ਲਾ ਗਿਵਨ ਹੁੰਦਾ ਤਾਂ ਫਿਰ AB ਮੰਨਦੇ ਆਪਾਂ। ਮੰਨਿਆ ਆਪਾਂ ਨॉन ਜ਼ੀਰੋ ਹੈ, ਆ 0 ਹੋ ਗਿਆ, ਇਹ ਕੌਂਟਰਡਿਕਸ਼ਨ ਹੀ ਹੋ ਗਈ, ਵਿਚ ਇਜ਼ ਨਾਟ ਪੋਸੀਬਲ। ਤਾਂ ਕੀ ਮਤਲਬ ਬਣ ਗਿਆ, ਗਲਤ ਕਿਉਂ ਹੋਇਆ, ਗਲਤ ਕਿਉਂ ਆ ਰਿਹਾ ਆਂਸਰ, ਕੁਝ ਗਲਤ ਮੰਨਿਆ ਤਾਂ ਹੀ ਗਲਤ ਆ ਗਿਆ ਆਂਸਰ, ਕਿਉਂਕਿ ਸਟੈਪ ਤਾਂ ਸਾਰੇ ਸਹੀ ਨੇ ਆਪਣੇ। ਤਾਂ ਫਿਰ ਗਲਤ ਕੀ ਮੰਨਿਆ ਆਪਾਂ ਨੇ, ਪ੍ਰੋਪਰ ਜ਼ੀਰੋ ਡਿਵਾਈਜ਼ਰ। therefore our supposition is wrong, therefore R has no proper zero divisor, R has no proper zero divisor। Similarly ਆਪਾਂ ਕਹਿ ਸਕਦੇ ਹਾਂ ਕਿ ਫਸਟ ਤੋਂ ਥਰਡ ਪ੍ਰੂਵ ਹੋ ਜਾਏਗਾ ਐਂਡ ਥਰਡ ਤੋਂ ਫਸਟ ਹੋ ਜਾਏਗਾ। therefore all statements are equivalent, ਸਾਰੇ ਸਟੇਟਮੈਂਟ ਕੀ ਹੋ ਗਈਆਂ ਆਪਣੇ ਕੋਲ, ਇਕੁਇਵਲੈਂਟ ਹੋ ਗਈਆਂ। ਸੋ ਦੇਖੋ ਚਲੋ ਅੱਗੇ ਚੱਲਦੇ ਹਾਂ ਆਪਾਂ। ਇਸ ਤੋਂ ਬਾਅਦ ਇਹ ਟੌਪਿਕ ਕਾਫੀ ਇੰਪੋਰਟੈਂਟ ਹੈ ਜੀ। ਨੈਕਸਟ ਟੌਪਿਕ ਕਰਨਾ ਦੇ ਉੱਪਰ ਬੇਸ ਛੋਟੀ ਥਿਊਰਮ ਹੈਗੀ ਆ, ਉਹ ਕਰਨੀ ਹੈ। ਜਿਹੜੇ ਆਪਾਂ ਜ਼ੀਰੋ ਡਿਵਾਈਜ਼ਰ ਯੂਜ਼ ਕੀਤੇ ਨੇ ਉਹਨਾਂ ਨੂੰ ਯੂਜ਼ ਕਰਕੇ ਇੱਕ ਡੈਫੀਨੇਸ਼ਨ ਬਣਾਉਣੀ ਹੈ ਬੜੀ ਇੰਪੋਰਟੈਂਟ, ਉਹ ਹੈਗੀ ਆ ਜੀ ਇੰਟੈਗਰਲ ਡੋਮੇਨ, ਜਿਹਨੂੰ ਸ਼ਾਰਟ ਫਾਰਮ 'ਚ ਕਹਿੰਦੇ ਹਾਂ ਆਪਾਂ I ਇੰਟੈਗਰਲ D ਫॉर ਡੋਮੇਨ, ID। ਇੰਟੈਗਰਲ ਡੋਮੇਨ ਇਹ ਕੀ ਹੁੰਦੀ ਉਹ ਆਪਾਂ ਨੇ ਦੇਖਣਾ। ਇਹ ਸਾਰੀਆਂ ਕੈਟਾਗਰੀਆਂ ਰਿੰਗ ਵਾਸਤੇ ਨੇ। ਰਿੰਗ R under addition and multiplication is said to be ring, ਇਹਨੂੰ ਰਿੰਗ ਕਹਾਂਗੇ, ਸੌਰੀ integral domain if and only if R has no proper zero
डिवाइजर आर विच कोई भी प्रॉपर जीरो डिवाइजर ना हो। दैट इज की मतलब बने, दैट इज ये गल समझनी है ध्यान नाल, जे ए नॉन जीरो आ बी नॉन जीरो है, जे इन्हां दी प्रोडक्ट जीरो आ गई तो की कहांगे ए भी प्रॉपर जीरो डिवाइजर आ बी भी प्रॉपर जीरो डिवाइजर है। ये पढ़ा है पर जीरो डिवाइजर नहीं हैगी, मतलब नॉन जीरो दी प्रोडक्ट नॉन जीरो ही आवे जां और जे प्रोडक्ट जीरो आ रही है इथों पक्का जां तां ए जीरो होवे जां बी, कोना दोनों च कोई एक जीरो होवे। फॉर ऑल ए बी बिलोंग्स टू रिंग, ये गल समझनी है। जे कोई भी ए बी आपां रिंग च लै लईए, जे कोई दो नॉन जीरो मन्नीए उहदा आंसर भी नॉन जीरो आ जावे तां उहनूं कहांगे कि रिंग दे विच कोई जीरो प्रॉपर जीरो डिवाइजर नहीं हैगा। जे प्रॉपर जीरो डिवाइजर नहीं हैगा तां ओह रिंग नूं आपां आईडी इंटैग्रल डोमेन कहांगे। एक तां आह तरीका हैगा, ये दोने गल्लां फर्क आ जी बहुत। नहीं गल्लां ਜਿਹੜੇ प्रॉपर ध्यान बेसिक कंसैप्ट क्लीयर ने उन्हें पता होगा। ਇਹ ਹੈਗਾ ਆਪਣੇ ਕੋਲ ਇਹ ਐਂਡ ਆ, ਜੇ ए भी नॉन जीरो आ कॉमा और एंड ਇਹ और वास्ते ਲੱਗ ਹੋ ਗਿਆ, ए भी नॉन जीरो आ बी भी नॉन जीरो हैगा, दिस इंप्लाइज ए भी नॉन जीरो होवे। जे किसी ਨੂੰ ਧਿਆਨ ਦੇ ਵਿੱਚ ਹੋਵੇ ਜੇ a ਇਕੁਅਲ ਟੂ p ਦਿਸ ਇੰਪਲਾਈਜ਼ c ਇਕੁਅਲ ਡੀ ਆ, ਇਹ 'ਚ ਦੋ ਕਨਸੈਪਟ ਹੁੰਦੇ ਨੇ ਜੀ। ਜੇ a ਤੇ b ਬਰਾਬਰ ਨੇ ਤਾਂ c ਤੇ d ਪੱਕਾ ਬਰਾਬਰ ਹੋਣਗੇ। ਦੂਜਾ ਕਨਸੈਪਟ ਜੇ ਪਤਾ ਹੋਵੇ, ਜੇ ਆਹ ਨਹੀਂ ਹੋਊਗਾ ਤਾਂ ਆਹ ਪੱਕਾ ਨਹੀਂ ਹੋਊਗਾ। मतलब ये कंसैप्ट हो रहा कि जे सी डी बराबर नहीं होंगे तो पक्का ए बी भी बराबर नहीं होंगे। दो कंसैप्ट मेरे वही है, सारी गल्लां जिहड़ियां मैथ दियां ने बेसिक कंसैप्ट जो है किते भी लोड़ पै सकदी। चलो ये तो मान लिया जे अपने कोई दो नॉन जीरो होण, आंसर पक्का नॉन जीरो आवे। जे जीरो आ गया तो फिर ए ते भी दोनों नूं की कहांगे आपां प्रॉपर जीरो डिवाइजर कहांगे। प्रॉपर कोई है नहीं इहदे विच तां पक्का नॉन जीरो होना चाहिए। तो आह की गल बनी, जे प्रोडक्ट जीरो, वैसे गल समझ भी आ रही है, जे प्रोडक्ट जीरो है तो जां तां ए जीरो आवे जां बी जीरो आवे। क्यों? जे दोने नॉन जीरो आ गए फिर तो प्रॉपर जीरो डिवाइजर बन जाएगा। जां जे आला कंसैप्ट लाइए जिहड़ा कंसैप्ट पढ़िया, जे आ होगा तो आ होगा, गल समझ आ रही है। जे आह नहीं होगा तो आ भी पक्का नहीं होगा। आह नहीं होगा की मतलब जीरो ना होवे, मतलब जीरो होवे। आ नहीं होगा मतलब इन्हां चों एक पक्का जीरो होवे। ये गल समझ आ रही है। यह मतलब कि इंटैग्रल डोमेन किवें शो करांगे आपां, जां तां नॉन जीरो मन के प्रोडक्ट नॉन जीरो कर देवांगे, जे जनरल वास्ते होगी सारे वास्ते होगी, जां जीरो मन के आपां कह देवांगे जां तां ए जीरो आ जां बी, कोई भी एक जीरो आ जाए। जीरो मन के जे कोई एक भी जीरो आ गया फिर आपां कहांगे उहदे विच जीरो डिवाइजर, प्रॉपर जीरो डिवाइजर नहीं है, फिर वो इंटैग्रल डोमेन बन जाएगी जी। हुण अगे थ्योरम आपां करनी है, थ्योरम आपां हुण कर भी चुके हैं। वो स्टेटमेंट दे लो की है जी। थोड़ी ये दसना रह गया जी, एक टर्म नाल पा लियो। रिंग जो हैगी इत्थे कम्यूटेटिव चाहिए है, ये दसना रह गया जी। रिंग कम्यूटेटिव होवे पहली गल, दूजी गल इह कोई प्रॉपर जीरो डिवाइजर ना होवे तां इंटैग्रल डोमेन हो। कम्यूटेटिव क्यों कहा जी? क्योंकि फिर ना आपां कम्यूटेटिव वास्ते की हुंदा कम्यूटेटिव रिंग किहड़ी हुंदी है जिस अंडर मल्टीप्लीकेशन कम्यूटेटिव प्रॉपर्टी होल्ड करे। जे ए बी ते बी ए बराबर आ तां जिहड़ी गल समझनी है वो देखियो की है। जे यह मन के आप शो करांगे, इहदा मतलब की बन गया बी जो है वो राइट प्रॉपर डिवाइजर, मतलब इत्थों कह लो ए नॉन जीरो मन के जीरो आ जाए तो बी नूं कहांगे आपां राइट प्रॉपर डिवाइजर ऑफ ए नूं कहांगे आपां लैफ्ट सॉरी बी नूं कहांगे आपां राइट जीरो डिवाइजर, राइट प्रॉपर जीरो डिवाइजर, ते ए नूं कहांगे आपां लैफ्ट प्रॉपर जीरो डिवाइजर। पर जे तुहानूं ये कह दईए कि कम्यूटेटिव आ, कम्यूटेटिव विच फिर ए बी ते बी ए तां पक्का बराबर होणगे। समझियो ध्यान नाल। हुण इत्थों गल क्लीयर हो रही है। जे आपां कहीए कि ए भी नॉन जीरो आ बी भी नॉन जीरो आ
जे दोने बराबर होण 0 है तो आपां कहने हुंदे आ कि ए इज़ प्रॉपर जीरो डिवाइजर ते बी इज़ प्रॉपर जीरो डिवाइजर, बिकॉज लैफ्ट राइट दोने आ रहे हैं। पर जे अपन दिता होया कि कमोटेटिव आ, मतलब एक चैक कर लो, उत्थों ही आप कह सकते हैं कि पक्का प्रॉपर जीरो डिवाइजर होगा कि नहीं होगा, बिकॉज ए बी अते बी ए तो बराबर ही ने। जे ए बी ते बी ए बराबर ने, एक वास्ते कह दो दूजे वास्ते ऑटोमैटिकली हो जाएगा। तो ही उरे कला ए बी बारे कहा आपने, जे ए बी जीरो हो गया मतलब कि ए नॉन जीरो बी नॉन जीरो, ए भी नॉन जीरो आ गया, ए बी नॉन जीरो आ गया तो बी ए तो अंडरस्टूड पक्का नॉन जीरो आऊगा, क्योंकि ए बी तो बी ए बराबर ही ने। जबकि जे आप दोने देखांगे फिर तां ही कहांगे कोई प्रॉपर जीरो डिवाइजर नहीं है, ये तो लैफ्ट शो हो रहा इथों राइट शो हो रहा। पर जे कमोडेटिव रिंग होगी तो दोने गल्लां सेम होणगियां, दोने गल्लां सेम होणगियां तो एक तो देख के ही आप कह सकते हैं कि यह प्रॉपर जीरो डिवाइजर नहीं है। चलो रिंग कमोडेटिव चाहिए, इंटैग्रल डोमेन वास्ते रिंग कमोडेटिव चाहिए आपां नूं कि कोई प्रॉपर जीरो डिवाइजर ना हो। रिंग कमोडेटिव मतलब कि जे ए बी ते बी ए बराबर होवे, नो प्रॉपर जीरो डिवाइजर मतलब ए नॉन जीरो आ बी नॉन जीरो आ, अगर ए बी भी नॉन जीरो आ जाए तो आप कहांगे कि ये कोई प्रॉपर जीरो डिवाइजर नहीं हैगा, जां ए बी जीरो मन के ए जीरो कर दिए जां बी जीरो कर दिए तां भी आप कहांगे कि रिंग दे विच प्रॉपर जीरो डिवाइजर नहीं हैगा। सो ध्यान दो, वैसे थ्योरम आप हुणी कीती और नाल दी है, मेरी स्टेटमेंट चेक कर लो। ये स्टेटमेंट क्या देख लो, अ कम्यूटेटिव रिंग इज इंटेग्रल डोमेन इफ एंड ओनली इफ कैंसलेशन लॉस होल्ड फॉर मल्टीप्लीकेशन। जे समझोगे ध्यान नाल, ये पिछली थ्योरम ही है जी, पिछली थ्योरम की आपने। चलो मैं थ्योरम का प्रूफ कर देना फटाफट जी, ये समझ आ जाएगा। कम्यूटेटिव रिंग पहला आप इफ पार्ट कर दें, गिवन लिख लियो, गिवन की आपां नूं ਇਹਦੇ ਵਿੱਚ ਲੈਫਟ ਕੈਂਸਲੇਸ਼ਨ ਲਾ ਹੋਲਡ ਕਰ ਰਹੇ ਨੇ, ਕਮਿਊਟੇਟਿਵ ਰਿੰਗ ਦੇ ਵਿੱਚ ਲੈਫਟ ਕੈਂਸਲੇਸ਼ਨ ਲਾ ਹੋਲਡ ਕਰ ਰਹੇ ਨੇ। ਆਪਾਂ ਕੀ ਸ਼ੋ ਕਰਨਾ ਜੀ, ਇੰਟੈਗਰਲ ਡੋਮੇਨ ਸ਼ੋ ਕਰਨਾ। ਚਲੋ ਕਮਿਊਟੇਟਿਵ ਰਿੰਗ ਤਾਂ ਹੈਗੀ ਆਪਣੇ ਕੋਲ, ਇਹਦੇ ਵਿੱਚ ਜੇ ਆਪਾਂ ਸ਼ੋ ਕਰਦੇ ਕਿ R हैज नो प्रॉपर जीरो डिवाइजर ਤਾਂ ਕਮਿਊਟੇਟਿਵ ਰਿੰਗ ਜਿਹਦੇ ਵਿੱਚ ਕੋਈ ਪ੍ਰੋਪਰ ਜ਼ੀਰੋ ਡਿਵਾਈਜ਼ਰ ਨਾ ਹੋਵੇ ਫਿਰ ਉਹ ਕੀ ਬਣ ਜੂਗੀ, ਇੰਟੈਗਰਲ ਡੋਮੇਨ। ਇਹ ਹੁਣੇ ਸ਼ੋਅ ਕੀਤਾ ਆਪਾਂ ਪਿੱਛੇ, ਕੈਂਸਲੇਸ਼ਨ ਦਾ ਹੋਲਡ ਕਰ ਰਹੇ ਨੇ ਤੇ ਸ਼ੋਅ ਕਰਨਾ ਕਿ ਕੋਈ ਪ੍ਰੋਪਰ ਜ਼ੀਰੋ ਡਿਵਾਈਜ਼ਰ ਨਹੀਂ ਹੋ। ਜੇ ਪਿੱਛੇ ਕੀਤਾ ਉਹ ਵੀ ਕਰਾਂਗੇ, ਸਾਰਾ ਸੇਮ ਹੀ ਹੈ। ਇਫ ਪੋਸੀਬਲ, ਕੌਂਟਰਡਿਕਸ਼ਨ ਨਾ ਕਰ ਰਹੇ ਹਾਂ ਆਪਾਂ, ਇਫ ਪੋਸੀਬਲ ਸਪੋਜ਼ दैट R हैज प्रॉपर जीरो डिवाइस, सेम प्रूफ है सारा जी। से ए बिलोंग्स टू R ते ए की हैगा नॉन जीरो, लैट कर लिया ए बी इक्वल टू, लैफ्ट कैंसलेशन ला होल्ड कर रहे ते शो करना कि जीरो डिवाइजर नहीं हैगा। चलो देखो ध्यान, फिर लैट कर लिया आप ए बी इक्वल टू, जाए कह लो since A is zero divisor, proper पा लो, proper zero divisor है जी, therefore there exists B non zero, B belongs to R such that A B पक्का zero होगा। और वांगू ही है जी, इन्हें लिख लिया आप 0 इंटू B, A B इक्वल टू 0 B आ गया, इतों आ गया A इक्वल टू 0, नॉन जीरो कैंसल कर सकते, नॉन जीरो कैंसल करना होगा कैंसलेशन लॉ च। ये लाया आपने राइट कैंसलेशन लॉ, देयरफॉर विच इज नॉट पॉसिबल, बिल्कुल सेम पहला वांगू प्रूफ है, विच इज नॉट पॉसिबल, देयरफॉर our supposition is wrong
therefore R has no proper zero divisor। ये है नहीं, R च कोई प्रॉपर जीरो डिवाइजर नहीं हैगा। कम्यूटेटिव रिंग होवे, कोई प्रॉपर जीरो डिवाइजर ना होवे तो R ਨੂੰ ਕੀ ਕਹਾਂਗੇ, R is ID इंटैग्रल डोमेन। ਇਹ प्रूव हो गया। ਹੁਣ ਕਰਨਾ ਆਪਾਂ ਓਨਲੀ ਇਫ ਪਾਰਟ। ਗਿਵਨ ਕੀ ਆ, ਇੰਟੈਗਰਲ ਡੋਮੇਨ, ਤੇ ਕੀ ਪ੍ਰੂਵ ਕਰਨਾ ਆਪਾਂ ਨੇ, ਕੈਂਸਲੇਸ਼ਨ ਲਾ ਚ ਹੋਲਡ ਕਰਨਗੇ। ਲੈਫਟ ਸ਼ੋ ਕਰਾਵਾਂਗੇ ਆਪਾਂ, ਦੂਜਾ ਆਪਾਂ ਰਾਈਟ ਸਿਮਿਲਰਲੀ ਕਹਿ ਦੇਵਾਂਗੇ। ਸੋ ਲੈਟ ਸਿੰਸ ਦਿੱਤਾ ਕੀ ਹੋਇਆ ਆਪਾਂ ਨੂੰ, ਜਿਹੜਾ R ਹੈ ਉਹ ਇੰਟੈਗਰਲ ਡੋਮੇਨ, ਲੈਟ ਕਰ ਲਿਆ A नॉन जीरो। स्टार्टिंग ध्यान रखनी है। हुण इदां क्यों किया, लैफ्ट कैंसलेशन वास्ते जे शो करना आ इक्वल मनने हुंदे ने ते A नॉन जीरो मनना, जिहड़ा कैंसल करना नॉन जीरो चाहिदा हुंदा। ये लैफ्ट कैंसलेशन वाली कंडीशन आ। इत्थों B इक्वल टू C आ गया तो आपां कहांगे लैफ्ट कैंसलेशन दा होल्ड कर दो। इहनूं एक पासे लिआंदा। हुण ओही गल आ, एक पासे नहीं लैके आए आपां, AC दा इनवर्स जोड़िया, वो जीरो बन गया, इधर आ गया, इधरों डिस्ट्रीब्यूटिव ला लाया, ये बाहर आ गया। ਹੁਣ ਦੇਖੋ ਦੋ ਗੱਲਾਂ ਦਾ ਸਮਝਾਉਣਾ। ਇਹ ਹੁਣ ਇੰਟੈਗਰਲ ਡੋਮੇਨ ਹੈ, ਮਤਲਬ ਦੋ ਨੰਬਰਾਂ ਦੀ ਪ੍ਰੋਡਕਟ ਜ਼ੀਰੋ ਤਾਂ ਹੋਊਗੀ ਜਾਂ ਤਾਂ ਆਹ ਜ਼ੀਰੋ ਹੋਵੇ ਜਾਂ ਆਹ ਜ਼ੀਰੋ ਹੋਵੇ। ਆਹ ਤਾਂ ਜ਼ੀਰੋ ਹੈ ਨਹੀਂ ਪੱਕਾ, ਫਿਰ ਆਹ ਜ਼ੀਰੋ ਹੋਊਗਾ। ਇੱਦਾਂ ਕਹਿ ਲਓ ਜਾਂ ਪਿੱਛੇ ਕੀਤਾ ਉੱਦਾਂ ਕਹਿ ਲਵੋ ਕਿ ਆਹ ਪੱਕਾ ਨੌਨ ਜ਼ੀਰੋ ਆ, ਤਾਂ ਕੀ ਬਣ ਗਿਆ, ਇਹਨੂੰ ਕੀ ਕਹਾਂਗੇ, ਜ਼ੀਰੋ ਡਿਵਾਈਜ਼ਰ। ਜੇ ਇਹ ਵੀ ਨੌਨ ਜ਼ੀਰੋ ਹੋ ਗਿਆ ਤਾਂ ਪ੍ਰੋਪਰ ਜ਼ੀਰੋ ਡਿਵਾਈਜ਼ਰ ਬਣ ਜਾਏਗਾ। प्रॉपर तो हो नहीं सकता है, मतलब R हैज नो प्रॉपर जीरो डिवाइजर दिता है। तो ये जे नॉन जीरो बन गया, ये भी नॉन जीरो आ तो B माइनस C का प्रॉपर जीरो डिवाइजर बन जाएगा, फिर जीरो नहीं हो सकता। देयरफॉर B माइनस C पक्का जीरो होगा, B इक्वल C जी। इदां कह लवो या इदां कह लवो कि R इज इंटैगरल डोमेन। इंटैगरल डोमेन च की होंदा, जे दो नंबर प्रोडक्ट जीरो आ रही है तो दोनों च पक्का एक जीरो होगा। आ तो जीरो है नहीं तो पक्का फिर आही जीरो होगा। तो B इक्वल C आ गया। देयरफॉर लेफ्ट कैंसलेशन लॉ होल्ड्स। सिमिलरली आप शो कर सकते हैं, राइट, वो सिमिलरली कह दियो, सिमिलरली वी कैन प्रूव दैट, आप प्रूव कर सकते हाँ कि राइट कैंसलेशन लॉ ये भी होल्ड करेगा। सो प्रॉपर जीरो डिवाइजर का कंसैप्ट जो है ध्यान समझ लियो जी। कोई प्रॉब्लम हुई तो पूछ लियो जी। थैंक यू।